ਹਾਂਜੀ ਬੱਚਿਓ, ਅੱਜ ਆਪਾਂ ਲੈ ਕੇ ਆਏ ਹੈਗੇ ਅਲਟਰਨੇਟਿਵ ਸੈਂਟਰ ਆਫ ਪਾਵਰ ਦਾ ਪੋਲੀਟੀਕਲ ਸਾਇੰਸ ਦਾ ਦੂਜੇ ਚੈਪਟਰ ਦਾ ਦੂਜਾ ਪਾਰਟ। ਦੂਜਾ ਚੈਪਟਰ ਹੈਗਾ ਆਪਣਾ ਵੀ ਅਲਟਰਨੇਟਿਵ ਸੈਂਟਰ ਆਫ ਪਾਵਰ। ਇਹਦੇ ਵਿੱਚ ਆਪਾਂ ਯੂਰਪੀਅਨ ਯੂਨੀਅਨ ਬਾਰੇ ਪੜ੍ਹ ਲਿਆ ਸੀਗਾ। ਇਸ ਤੋਂ ਬਾਅਦ ਆਪਾਂ ਆਸੀਅਨ ਬਾਰੇ ਵੀ ਸ਼ੁਰੂ ਕਰ ਲਿਆ ਸੀਗਾ। ਆਸੀਅਨ ਆਪਾਂ ਸ਼ੁਰੂ ਕਰ ਲਿਆ ਸੀਗਾ ਵੈਸੇ, ਅਤੇ ਆਸੀਅਨ ਬੇ ਆਪਾਂ ਅੱਜ ਕਰਾਂਗੇ। ਓਬਜੈਕਟਿਵ ਕਰ ਲਏ ਸੀ ਆਪਾਂ ਆਸੀਅਨ ਦੇ, ਅਤੇ ਆਸੀਅਨ ਦੀ ਫੁੱਲ ਫੋਰਮ ਕੀ ਆ, ਆਸੀਅਨ ਕਦੋਂ ਬਣਿਆ, ਉਹਦੇ 'ਚ ਕਿਹੜੇ ਕਿਹੜੇ ਮੈਂਬਰ ਆ, ਇਹ ਆਪਾਂ ਸਭ ਪੜ੍ਹ ਲਿਆ ਸੀਗਾ। ਤਾਂ ਅੱਗੇ ਆਪਾਂ ਸ਼ੁਰੂ ਕਰਦੇ ਹਾਂ। ਅਤੇ ਇਸ ਤੋਂ ਪਹਿਲਾਂ ਮੈਂ ਉਹ ਲਾਸਟ ਲੈਕਚਰ ਦੇ ਵਿੱਚ ਦੱਸਿਆ ਵੀ ਸੀਗਾ ਕਿ ਆਪਾਂ ਯੂਰਪੀਅਨ ਯੂਨੀਅਨ ਦੇ ਵਿੱਚ ਕਿਹੜੇ ਕਿਹੜੇ ਦੇਸ਼ ਨੇ, ਉਹਨਾਂ ਬਾਰੇ ਵੀ ਮੈਂ ਤੁਹਾਨੂੰ ਨਕਸ਼ੇ ਦੇ ਉੱਤੇ ਦਿਖਾਊਂਗਾ। ਇਸ ਤੋਂ ਇਲਾਵਾ ਆਸੀਅਨ ਦੇ ਵਿੱਚ ਕਿਹੜੇ ਕਿਹੜੇ ਦੇਸ਼ ਹੈ ਅਤੇ ਉਹ ਇੰਡੀਆ ਦੀ ਕਿਹੜੀ ਸਾਈਡ ਹੈ, ਆਪਾਂ ਇਹ ਵੀ ਅੱਜ ਕਰਾਂਗੇ। ਤਾਂ ਬੱਚਿਓ ਆਪਾਂ ਸ਼ੁਰੂ ਕਰਦੇ ਹਾਂ। ਹਾਂਜੀ ਬੱਚਿਓ, ਇਹ ਹੈਗਾ ਯੂਰਪ ਦਾ ਨਕਸ਼ਾ। ਬੱਚਿਓ ਆਪਾਂ ਨੂੰ ਸਭ ਨੂੰ ਪਤਾ ਹੈਗਾ ਕਿ ਦੁਨੀਆ ਦੇ ਵਿੱਚ 7 ਕੰਟੀਨੈਂਟ ਨੇ, ਜਿਵੇਂ ਏਸ਼ੀਆ, ਯੂਰਪ, ਅਫਰੀਕਾ, ਆਸਟ੍ਰੇਲੀਆ, ਨਾਰਥ ਅਮੈਰੀਕਾ, ਸਾਊਥ ਅਮੈਰੀਕਾ, ਅੰਟਾਰਕਟਿਕਾ। ਇਹ 7 ਕੰਟੀਨੈਂਟ ਨੇ। ਅਤੇ ਇੱਕ ਯੂਰਪ ਕੰਟੀਨੈਂਟ ਹੈ, ਏਸ਼ੀਆ ਦੇ ਨਾਲ ਹੀ ਲੱਗਦਾ ਹੈਗਾ, ਵੈਸਟ ਵਾਲੇ ਪਾਸੇ ਯੂਰਪ। ਅਤੇ ਯੂਰਪ ਦੇ 27 ਦੇਸ਼ਾਂ ਨੇ ਮਿਲ ਕੇ ਇੱਕ ਯੂਨੀਅਨ ਬਣਾਈ ਹੋਈ ਹੈ, ਜਿਸ ਦਾ ਨਾਂ ਹੈਗਾ ਯੂਰਪੀਅਨ ਯੂਨੀਅਨ। ਤਾਂ ਇਹਦੇ ਵਿੱਚ ਵੱਡੇ ਵੱਡੇ ਦੇਸ਼ ਕਿਹੜੇ ਹੈਗੇ, ਜਿਵੇਂ ਆਇਰਲੈਂਡ ਹੈ, ਯੂਕੇ ਹੁਣ ਇਹਦਾ ਪਾਰਟ ਨਹੀਂ ਰਿਹਾ, ਪਹਿਲਾਂ ਸੀਗਾ। ਜਿਵੇਂ ਪੁਰਤਗਾਲ ਹੈ, ਸਪੇਨ ਹੈ, ਫਰਾਂਸ ਹੈ, ਬੇਲਾਰੂਸ ਹੈ, ਇੱਥੇ ਲਗਜ਼ਮਬਰਗ ਹੈ, ਨੀਦਰਲੈਂਡ ਹੈ, ਡੈਨਮਾਰਕ ਹੈ, ਜਰਮਨੀ ਹੈ, ਇਟਲੀ ਹੈ, ਆਸਟਰੀਆ ਹੈ। ਬਾਅਦ ਦੇ ਵਿੱਚ ਆਹ ਦੇਸ਼ਾਂ ਨੇ ਵੀ ਜੁਆਇਨ ਕਰ ਲਿਆ ਸੀ ਇਹਨੂੰ, ਚੈੱਕ ਰਿਪਬਲਿਕ ਹੈ, ਹੰਗਰੀ ਹੈ, ਪੋਲੈਂਡ ਹੈ, ਲਿਥੂਏਨੀਆ ਹੈ, ਲਟਵੀਆ, ਐਸਟੋਨੀਆ ਹੈ, ਫਿਨਲੈਂਡ ਹੈ, ਸਵੀਡਨ ਹੈ, ਗਰੀਸ ਹੈ, ਸਾਈਪਰਸ ਹੈ, ਮਾਲਟਾ ਹੈ। ਤਾਂ ਜਿਹੜਾ ਇਹ ਸਾਈਪਰਸ ਹੈ, ਏਸ਼ੀਅਨ ਕੰਟਰੀ ਹੈ, ਜਦ ਕਿ ਇਹ ਯੂਰਪੀਅਨ ਯੂਨੀਅਨ ਦਾ ਵੀ ਭਾਗ ਹੈਗਾ, ਅਤੇ ਇਹ ਯਾਦ ਰੱਖਣਾ ਤੁਸੀਂ। ਤਾਂ ਇਹ ਸੀਗਾ ਬੱਚਿਓ ਯੂਰਪੀਅਨ ਯੂਨੀਅਨ ਦਾ ਮੈਪ। ਇਹ ਬਹੁਤ ਕੰਮ ਦਾ ਹੈਗਾ, ਇਹਨਾਂ ਦੇਸ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਗਾ। ਵੈਸੇ ਆਪਾਂ ਯੂਰਪੀਅਨ ਯੂਨੀਅਨ ਬਾਰੇ ਪੂਰੀ ਤਰ੍ਹਾਂ ਪੜ੍ਹ ਚੁੱਕੇ ਹੈਗੇ ਪਿਛਲੀ ਕਲਾਸ ਦੇ ਵਿੱਚ। ਹਾਂਜੀ ਬੱਚਿਓ, ਇਸ ਤੋਂ ਇਲਾਵਾ ਬੱਚਿਓ ਤੁਸੀਂ ਇਹਨੂੰ ਵੀ ਧਿਆਨ 'ਚ ਰੱਖਣਾ ਬੱਚਿਓ, ਜਿੱਦਾਂ ਕਿ ਇਹ ਹੈਗਾ ਵੀ ਆਸੀਅਨ ਕੰਟਰੀ। ਦੇਖੋ ਆਹ ਹੈਗਾ ਆਪਣਾ ਪਿਆਰਾ ਭਾਰਤ, ਇਹ ਏਸ਼ੀਆ ਦਾ ਨਕਸ਼ਾ। ਏਸ਼ੀਆ ਦੇ ਆਹ ਹੈਗਾ ਆਪਣਾ ਪਿਆਰਾ ਭਾਰਤ, ਹੈਗਾ ਚਾਈਨਾ, ਅਤੇ ਇਹਨਾਂ ਦੇ ਨਾਲ ਲੱਗਦੇ ਕੁਝ ਕੰਟਰੀਆਂ, ਜਿਵੇਂ ਕਿ ਆਹ ਬਰਮਾ ਹੋ ਗਿਆ। ਬਰਮਾ ਦਾ ਹੁਣ ਨਾਮ ਮਿਆਂਮਾਰ ਹੈ, ਪੁਰਾਣਾ ਨਾਮ ਬਰਮਾ ਸੀਗਾ। ਤਾਂ ਮਿਆਂਮਾਰ ਹੋ ਗਿਆ, ਥਾਈਲੈਂਡ ਹੋ ਗਿਆ, ਇੱਥੇ ਕੰਬੋਡੀਆ ਹੋ ਗਿਆ, ਵੀਅਤਨਾਮ ਹੋ ਗਿਆ, ਲਾਓਸ ਹੋ ਗਿਆ, ਮਲੇਸ਼ੀਆ ਹੋ ਗਿਆ, ਦੋ ਪਾਸੇ ਆ ਮਲੇਸ਼ੀਆ ਇਸ ਤਰ੍ਹਾਂ, ਇੰਡੋਨੇਸ਼ੀਆ ਹੋ ਗਿਆ, ਇੱਥੇ ਛੋਟਾ ਜਿਹਾ ਕੰਟਰੀ ਹੈ ਬਰੂਨਾਈ, ਇੱਥੇ ਛੋਟਾ ਜਿਹਾ ਕੰਟਰੀ ਹੈ ਸਿੰਗਾਪੁਰ ਅਤੇ ਫਿਲੀਪੀਨਜ਼। ਅਤੇ ਜੇ ਟੋਟਲ ਕੰਟਰੀ ਕਰੀਏ ਤਾਂ ਇਹ 10 ਕੰਟਰੀ ਨੇ। ਦੇਖੋ ਬੱਚੇ ਉਹ ਸਾਰਾ ਇਹ ਏਸ਼ੀਆ ਗਾ। ਏਸ਼ੀਆ ਦੇ ਆਹ ਨੌਰਥ ਏਸ਼ੀਆ ਹੋ ਗਿਆ, ਸਾਊਥ ਏਸ਼ੀਆ ਹੋ ਗਿਆ, ਆਹ ਈਸਟ ਏਸ਼ੀਆ ਹੋ ਗਿਆ। ਆਹ ਸਾਊਥ ਏਸ਼ੀਆ, ਈਸਟ ਏਸ਼ੀਆ, ਤਾਂ ਇਹਨਾਂ ਦੋਹਾਂ ਦੇ ਵਿਚਕਾਰ ਆ ਗਿਆ ਸਾਊਥ ਈਸਟ ਏਸ਼ੀਆ। ਤਾਂ ਇੱਥੋਂ ਇਹਦਾ ਨਾਮ ਬਣ ਗਿਆ ਜਿਵੇਂ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨ। ਤਾਂ ਆਸੀਅਨ ਦਾ ਨਾਮ ਬਣ ਗਿਆ, ਜਿਹੜਾ ਕਿ 1967 ਦੇ ਵਿੱਚ ਬਣਿਆ ਸੀਗਾ। ਠੀਕ ਹੈ ਬੱਚਿਓ, ਅਤੇ ਆਹ ਇਹਦਾ ਫਲੈਗ ਹੈਗਾ ਗਾ। ਇਹਦੇ ਵਿੱਚ 10 ਜਿਹੜੇ ਜਿਹੜੀ ਆਪਣੀ ਧਾਨ ਦੀ ਫਸਲ ਹੁੰਦੀ ਹੈ, ਝੋਨਾ ਜਿਹਨੂੰ ਕਹਿੰਦੇ ਆ ਪੰਜਾਬੀ ਦੇ ਵਿੱਚ, ਉਹ ਧਾਨ ਦੀਆਂ 10 ਤੀਲੀਆਂ ਲਈਆਂ ਹੋਈਆਂ ਨੇ। ਉਹ 10 ਤੀਲੀਆਂ ਨੂੰ ਵਿਚਕਾਰੋਂ ਬੰਨਿਆ ਹੋਇਆ ਹੈਗਾ ਪੈੜੀ ਨੂੰ, ਧਾਨ ਨੂੰ। ਤਾਂ ਇਹ ਯੂਨਿਟੀ ਨੂੰ ਦਰਸਾਉਂਦਾ ਗਾ, ਯੂਨਿਟੀ ਨੂੰ ਦਰਸਾਉਂਦਾ ਗਾ। ਇਸੇ ਤਰ੍ਹਾਂ ਹੀ ਬੱਚਿਓ ਤੁਸੀਂ ਦੇਖਿਆ ਹੋਊਗਾ ਯੂਰਪੀਅਨ ਯੂਨੀਅਨ ਦਾ ਫਲੈਗ। ਇਹ ਯੂਰਪੀਅਨ ਯੂਨੀਅਨ ਦਾ ਫਲੈਗ ਹੈਗਾ। ਇਸ ਤਰ੍ਹਾਂ ਇੱਕ ਫਲੈਗ ਹੈਗਾ, ਇਹਦੇ ਵਿੱਚ ਕੀ ਹੈ, ਆਹ ਗੋਲਡ ਦੇ ਸਟਾਰ ਲੱਗੇ ਹੋਏ ਆ, ਇਹ ਸ਼ਾਇਦ 12 ਹੈਗੇ। ਇਹ ਹੈਗਾ ਯੂਰਪੀਅਨ ਯੂਨੀਅਨ ਦਾ ਫਲੈਗ। ਓਕੇ ਬੱਚਿਓ, ਹੁਣ ਅੱਗੇ ਸ਼ੁਰੂ ਕਰਦੇ ਹਾਂ ਆਪਾਂ। ਆਪਾਂ ਸ਼ੁਰੂ ਕਰਨਾ ਸੀ ਆਸੀਅਨ ਬੇ ਤੋਂ। ਤਾਂ ਆਸੀਅਨ ਦਾ ਬੇ ਕੀ ਹੈ। ਇਨ 2003 ਦਾ ਆਸੀਅਨ ਕਮਿਊਨਿਟੀ ਐਸਟੈਬਲਿਸ਼ ਦਾ ਫੋਲੋਇੰਗ 3 ਪਿੱਲਰ। 2003 ਦੇ ਵਿੱਚ ਇਹ ਆਪਦੀ ਇੱਕ ਮੀਟਿੰਗ ਕਰਦੇ ਆ, ਉਹਦੇ ਵਿੱਚ ਇਹਨਾਂ ਨੇ ਇੱਕ ਆਸੀਅਨ ਕਮਿਊਨਿਟੀ ਬਣਾਈਆਂ ਸੀ। ਇਹ ਆਸੀਅਨ ਕਮਿਊਨਿਟੀ ਦੇ 3 ਪਿੱਲਰ ਹੈਗੇ। ਇੱਕ ਹੈਗੀ ਆ ਆਸੀਅਨ ਸਿਕਿਉਰਿਟੀ ਕਮਿਊਨਿਟੀ, ਇੱਕ ਹੈਗੀ ਆ ਆਸੀਅਨ ਇਕਨੋਮਿਕ ਕਮਿਊਨਿਟੀ, ਇੱਕ ਹੈਗੀ ਆ ਆਸੀਅਨ ਸੋਸ਼ੀਓ ਕਲਚਰ ਕਮਿਊਨਿਟੀ। ਜਿਹੜੀ ਹੈਗੀ ਆ ਆਸੀਅਨ ਸਿਕਿਉਰਿਟੀ ਕਮਿਊਨਿਟੀ, ਦਾ ਆਸੀਅਨ ਸਿਕਿਉਰਿਟੀ ਕਮਿਊਨਿਟੀ ਸੋਲਵ ਟੈਰੀਟੋਰੀਅਲ ਡਿਸਪਿਊਟ ਐਂਡ ਨਾਟ ਟੂ ਐਸਕੇਲੇਟ ਇਨਟੂ ਆਰਮ ਕਨਫਰੰਟੇਸ਼ਨ ਐਂਡ ਆਲਸੋ ਪ੍ਰਮੋਟ ਰੀਜਨਲ ਪੀਸ। ਦੇਖੋ ਬੱਚਿਓ, ਜਿਹੜੀ ਆਸੀਅਨ ਸਿਕਿਉਰਿਟੀ ਕਮਿਊਨਿਟੀ ਹੈ, ਇਹ ਸਿਕਿਉਰ ਕਰਦੀ ਹੈ ਕਿ ਜਿਹੜੇ ਦੇਸ਼ਾਂ ਦੇ ਬਾਰਡਰ ਲੱਗਦੇ ਆ ਆਪਸ ਦੇ ਵਿੱਚ, ਉਹਨਾਂ ਨੂੰ ਲੈ ਕੇ ਜਿਹੜੇ ਮਾੜੇ ਮੋਟੇ ਵਿਵਾਦ ਹੈ ਆਸੀਅਨ ਕੰਟਰੀਆਂ ਦੇ ਵਿੱਚ, ਉਹ ਆਰਮਡ ਹਥਿਆਰਬੰਦ ਲੜਾਈ ਦੇ ਵਿੱਚ ਕਨਵਰਟ ਨਾ ਹੋਣ। ਕਦੇ ਵੀ ਉਹਨਾਂ ਵਿੱਚ ਬਾਉਂਡਰੀ ਡਿਸਪਿਊਟ ਨੂੰ ਲੈ ਕੇ ਝਗੜਾ ਨਾ ਹੋਵੇ। ਉਹਨਾਂ ਨੂੰ ਆਪਾਂ ਸੋਲਵ ਕਰਨਾ ਗਾ, ਉਹਨਾਂ ਨੂੰ ਪੀਸਫੁਲੀ ਸੋਲਵ ਕਰਨਾ ਗਾ। ਇਹ ਇਸ ਆਸੀਅਨ ਸਿਕਿਉਰਿਟੀ ਕਮਿਊਨਿਟੀ ਦਾ ਮੇਨ ਓਬਜੈਕਟਿਵ ਹੈਗਾ। ਦੂਸਰੀ ਹੈਗੀ ਹੈ ਦਾ ਆਸੀਅਨ ਇਕਨੋਮਿਕ ਕਮਿਊਨਿਟੀ। ਇਹ ਸਿੱਧੀ ਜਿਹੀ ਗੱਲ ਹੈ, ਇਕੋਨਮੀ ਦੀ ਗੱਲ ਹੈਗੀ। ਤਾਂ ਇਹ 'ਚ ਕੀ ਕਰਨਾ ਗਾ, ਗਰੋਥ ਕਰਨੀ ਹੈ, ਇਕਨੋਮਿਕਲੀ ਗਰੋਥ ਕਰਨੀ ਹੈ ਸਾਰੇ ਆਸੀਅਨ ਕੰਟਰੀ ਦੀ। ਬਾਕੀ ਪੜ੍ਹ ਲੈਂਦੇ ਆਪਾਂ।
ਕਾਮਨ ਮਾਰਕੀਟ ਫਾਰ ਦਾ ਆਸੀਅਨ ਕੰਟਰੀਜ਼ ਐਂਡ ਪ੍ਰੋਡਕਸ਼ਨ ਐਂਡ ਟੂ ਏਡ ਸੋਸ਼ਲ ਐਂਡ ਇਕਨੋਮਿਕ ਡਿਵੈਲਪਮੈਂਟ ਇਨ ਦਾ ਰੀਜਨ। ਤਾਂ ਸਮਾਜਿਕ ਅਤੇ ਆਰਥਿਕ ਵਿਕਾਸ ਕਰਨਾ ਖੇਤਰ ਦਾ, ਅਤੇ ਇਸ ਤੋਂ ਇਲਾਵਾ ਕਾਮਨ ਮਾਰਕੀਟ ਬਣਾਉਣ ਦੀ ਕੋਸ਼ਿਸ਼ ਕਰਨੀ ਆ ਆਸੀਅਨ ਕੰਟਰੀ ਦੀ। ਹਾਂਜੀ, ਤੀਸਰੀ ਹੈ ਦਾ ਆਸੀਅਨ ਸੋਸ਼ੀਓ ਕਲਚਰ ਕਮਿਊਨਿਟੀ। ਤਾਂ ਇਹਦਾ ਮੇਨ ਮੋਟਿਵ ਆਫ ਆਸੀਅਨ ਟੂ ਇਨਕਰੀਜ਼ ਸੋਸ਼ਲ ਪ੍ਰੋਗਰੈਸ ਐਂਡ ਕਲਚਰ ਡਿਵੈਲਪਮੈਂਟ। ਤਾਂ ਇਹਦਾ ਮੇਨ ਮੋਟਿਵ ਹੈ ਕਿ ਇੱਕ ਤਾਂ ਕਲਚਰ ਨੂੰ ਡਿਵੈਲਪ ਕਰਨਾ ਗਾ ਆਸੀਅਨ ਕੰਟਰੀ ਦੇ, ਅਤੇ ਇੱਕ ਆਸੀਅਨ ਕੰਟਰੀ ਦੇ ਸੋਸ਼ਲ ਵੀ ਪ੍ਰੋਗਰੈਸ ਕਰਨੀ ਹੈ, ਸਮਾਜਿਕ ਤੌਰ 'ਤੇ ਵੀ ਵਿਕਾਸ ਕਰਨਾ ਆਸੀਅਨ ਕੰਟਰੀ ਦਾ। ਹਾਂਜੀ ਬੱਚਿਓ, ਇਹ ਇਹਨਾਂ ਦੀਆਂ 3 ਕਮਿਊਨਿਟੀਆਂ ਨੇ। ਤੁਹਾਨੂੰ ਛੋਟਾ ਸਵਾਲ ਵੀ ਆ ਸਕਦਾ 3 ਕਮਿਊਨਿਟੀਆਂ ਜਾਂ 3 ਕਮਿਊਨਿਟੀ ਦੇ ਪਿੱਲਰ ਕਿਹੜੇ ਨੇ, ਇਹ ਵੀ ਆ ਸਕਦਾ ਗਾ। ਜਾਂ ਆਸੀਅਨ ਵੇ ਦੇ ਵਿੱਚ 3 ਕਮਿਊਨਿਟੀ ਪਿੱਲਰ ਕਿਹੜੇ ਨੇ, ਇਹ ਵੀ ਆ ਸਕਦਾ ਹੈ। ਆਸੀਅਨ ਵੇ ਕਦੋਂ ਅਪਣਾਇਆ, 2003 ਦੇ ਵਿੱਚ ਬਣਾਇਆ, ਇਹ ਵੀ ਆ ਸਕਦਾ ਹੈ। ਹਾਂਜੀ ਬੱਚਿਓ, ਅੱਗੇ ਵੱਧਦੇ ਹਾਂ। ਅੱਗੇ ਹੈ ਦਾ ਆਸੀਅਨ ਵਿਜ਼ਨ 2020। ਇੱਕ 2020 ਦੇ ਵਿੱਚ ਇੱਕ ਨਵਾਂ ਪ੍ਰੋਗਰਾਮ ਲੈ ਕੇ ਉਹਦਾ ਨਾਂ ਰੱਖਿਆ ਗਿਆ ਦਾ ਆਸੀਅਨ ਵਿਜ਼ਨ। ਤਾਂ ਆਸੀਅਨ ਦਾ ਵਿਜ਼ਨ ਕੀ ਹੈਗਾ, ਤਾਂ ਇਹਦੇ ਵਿੱਚ ਹੈਗਾ ਵੀ ਆਊਟਵਰਡ ਲੁਕਿੰਗ ਰੋਲ ਇਨ ਦਾ ਇੰਟਰਨੈਸ਼ਨਲ ਕਮਿਊਨਿਟੀ। ਤਾਂ ਆਸੀਅਨ ਕੰਟਰੀ ਚਾਹੁੰਦੇ ਹੈਗੇ ਆਪਾਂ ਆਊਟਵਰਡ ਲੁਕਿੰਗ ਰੋਲ ਰੱਖੀਏ, ਕਿ ਸਾਰੀ ਦੁਨੀਆ ਦੇ ਨਾਲ ਚੰਗੇ ਸੰਬੰਧ ਬਣਾਈਏ, ਵੈਸਟ ਦੇ ਨਾਲ ਚੰਗੇ ਸੰਬੰਧ ਬਣਾਈਏ, ਇੰਡੀਆ ਦੇ ਨਾਲ ਚੰਗੇ ਸੰਬੰਧ ਬਣਾਈਏ, ਰਸ਼ੀਆ ਨਾਲ ਚੰਗੇ ਸੰਬੰਧ ਬਣਾਈਏ, ਚਾਈਨਾ ਨਾਲ ਚੰਗੇ ਸੰਬੰਧ ਬਣਾਈਏ, ਤਾਂ ਕਿ ਉਹਨਾਂ ਨਾਲ ਟਰੇਡ ਹੋ ਸਕੇ ਆਪਣਾ ਵੱਧ ਤੋਂ ਵੱਧ, ਅਤੇ ਆਸੀਅਨ ਕੰਟਰੀ ਦਾ ਵੀ ਵਿਕਾਸ ਹੋ ਸਕੇ। ਇਸ ਤੋਂ ਇਲਾਵਾ ਮੀਟ ਐਨੂਅਲੀ ਡਿਸਕਸ ਟੂ ਈਸਟ ਏਸ਼ੀਅਨ ਕੋਆਪਰੇਸ਼ਨ। ਇੱਕ ਆਪਾਂ ਲਗਾਤਾਰ ਹਰੇਕ ਸਾਲ ਇਕੱਠੇ ਹੋਈਏ, ਮੀਟਿੰਗਾਂ ਕਰੀਏ, ਇੱਕ ਦੂਜੇ ਦੇ ਨਾਲ ਸਹਿਯੋਗ ਵਧਾਈਏ, ਅਤੇ ਜਿਹੜੇ ਵੱਧ ਤੋਂ ਵੱਧ ਡਿਸਕਸ ਕਰੀਏ, ਤਾਂ ਕਿ ਜੋ ਵੀ ਆਪਣੇ ਵਿਵਾਦ ਹੈ, ਕੋਈ ਵੀ ਕੰਟਰੋਵਰਸੀਜ਼ ਹੈ, ਉਹਨਾਂ ਨੂੰ ਸੋਲਵ ਕੀਤਾ ਜਾ ਸਕੇ। ਦਾ ਐਂਡ ਆਫ ਦਾ ਕਨਫਲਿਕਟ। ਇਹਨਾਂ ਨੇ ਕੁਝ ਐਨੂਅਲ ਮੀਟਿੰਗਸ ਕਰ ਕਰਕੇ ਕੁਝ ਵਿਵਾਦਾਂ ਨੂੰ ਖ਼ਤਮ ਵੀ ਕੀਤਾ ਗਾ। ਤਾਂ ਜਿਵੇਂ ਕਿ ਕੰਬੋਡੀਅਨ ਕ੍ਰਾਈਸਿਸ ਸੀਗਾ, ਉਹਨੂੰ ਇਹਨਾਂ ਨੇ ਐਂਡ ਕਰਤਾ। ਜਾਂ ਈਸਟ ਤਮੋਰ ਕ੍ਰਾਈਸਿਸ ਸੀਗਾ, ਉਹਨੂੰ ਵੀ ਇਹਨਾਂ ਨੇ ਖ਼ਤਮ ਕਰ ਦਿੱਤਾ ਗਾ। ਅੱਗੇ ਟੂ ਇਨਕਰੇਜ ਦਾ ਨੈਗੋਸ਼ੀਏਸ਼ਨ ਓਵਰ ਕਨਫਲਿਕਟ ਇਨ ਦਾ ਰੀਜਨ। ਜੋ ਵੀ ਥੋੜ੍ਹੇ ਬਹੁਤ ਕਨਫਲਿਕਟ ਹੈਗੇ ਆ ਕੰਟਰੀ ਦੇ ਵਿਚਕਾਰ, ਉਹਨਾਂ ਨੂੰ ਇਹਨਾਂ ਨੇ ਲਗਾਤਾਰ ਗੱਲਬਾਤ ਕਰਕੇ ਸੋਲਵ ਕਰ ਦਿੱਤਾ ਹੈ। ਜਾਂ ਗੱਲਬਾਤ ਕਰਕੇ ਹੀ ਸਾਰੇ ਵਿਵਾਦਾਂ ਨੂੰ ਸੋਲਵ ਕਰਨਾ ਹੈ, ਇਹਨੂੰ ਉਤਸ਼ਾਹਿਤ ਕੀਤਾ ਗਾ। ਇਹ ਉਤਸ਼ਾਹਿਤ ਕਰਨਾ ਗਾ, ਇਹ ਵਿਜ਼ਨ ਹੈਗਾ ਆਸੀਅਨ ਦਾ, ਐਨਕਰੇਜ ਕਰਨਾ ਉਹਨੂੰ। ਹਾਂਜੀ ਬੱਚਿਓ, ਇਹ ਸੀਗੇ ਮੇਨ ਵਿਜ਼ਨ ਹੈ ਜਿਹੜਾ ਆਸੀਅਨ 2020 ਦਾ। ਇੱਕ ਤਾਂ ਕੀ ਹੈਗਾ ਵੀ ਇੱਕ ਆਊਟਵਰਡ ਲੁਕਿੰਗ ਰੋਲ ਅਪਣਾਉਣਾ ਗਾ, ਇੱਕ ਨੈਗੋਸ਼ੀਏਸ਼ਨ ਨੂੰ ਇਨਕਰੇਜ ਕਰਨਾ ਗਾ, ਇੱਕ ਵਿਵਾਦਾਂ ਨੂੰ ਐਂਡ ਕਰਿਆ ਵੀ ਹੈ ਕੁਛ, ਅਤੇ ਅੱਗੇ ਵੀ ਕਰਨਾ ਗਾ, ਅੱਗੇ ਇੱਕ ਐਨੂਅਲੀ ਮੀਟਿੰਗ ਕਰਨੀਆਂ ਨੇ, ਡਿਸਕਸ਼ਨ ਨੂੰ ਵਧਾਉਣਾ ਗਾ। ਹਾਂਜੀ ਬੱਚਿਓ, ਇਹ ਸੀਗਾ ਦਾ ਆਸੀਅਨ ਵਿਜ਼ਨ 2020। ਤਾਂ ਬੱਚਿਓ, ਆਪਾਂ ਆਸੀਅਨ ਬਾਰੇ ਸਭ ਕੁਝ ਕਰ ਚੁੱਕੇ ਹੈਗੇ। ਹੁਣ ਆਪਾਂ ਅੱਗੇ ਵੱਧਦੇ ਹੈਗੇ। ਇਹ ਬੱਚੇ ਥੋੜ੍ਹਾ ਜਿਹਾ ਮੈਂ ਰਹਿ ਗਿਆ ਸੀਗਾ, ਇਹ ਤੁਸੀਂ ਦੇਖ ਸਕਦੇ ਹੋ ਹੁਣ। ਮੀਟ ਐਨੂਅਲੀ ਟੂ ਡਿਸਕਸ ਈਸਟ ਏਸ਼ੀਅਨ ਕੋਆਪਰੇਸ਼ਨ, ਇੱਥੇ ਇਹ ਸੀਗਾ। ਅੱਗੇ ਵੱਧਦੇ ਹੋ ਬੱਚਿਓ। ਅੱਗੇ ਹੈ ਵੀ ਦਾ ਰਾਈਜ਼ ਆਫ ਦਾ ਚਾਈਨੀਜ਼ ਇਕੋਨਮੀ। ਦੇਖੋ ਬੱਚਿਓ, ਅਲਟਰਨੇਟਿਵ ਸੈਂਟਰ ਆਫ ਪਾਵਰ ਦੇ ਵਿੱਚ ਆਪਾਂ 2 ਪਾਵਰਾਂ ਬਾਰੇ ਪੜ੍ਹ ਚੁੱਕੇ ਹਾਂ। ਇੱਕ ਆਪਾਂ ਪੜ੍ਹ ਚੁੱਕੇ ਹਾਂ ਯੂਰਪੀਅਨ ਯੂਨੀਅਨ ਬਾਰੇ, ਅਤੇ ਇੱਕ ਆਪਾਂ ਪੜ੍ਹ ਚੁੱਕੇ ਹਾਂਗੇ ਆਸੀਅਨ ਬਾਰੇ, ਜਿਹਨੂੰ ਏਸ਼ੀਅਨ ਬੋਲ ਦਿੰਦੇ ਬਹੁਤੇ। ਤਾਂ ਤੀਸਰਾ ਅਲਟਰਨੇਟਿਵ ਸੈਂਟਰ ਹੈਗਾ ਗਾ ਦਾ ਰਾਈਜ਼ ਆਫ ਦਾ ਚਾਈਨੀਜ਼ ਇਕੋਨਮੀ। ਚਾਈਨਾ ਦੀ ਜਿਹੜੀ ਇਕੋਨਮੀ ਹੈ, ਉਹ ਵੀ ਇੱਕ ਅਲਟਰਨੇਟਿਵ ਸੈਂਟਰ ਹੈਗਾ, USA ਨੂੰ ਕੰਟਰਾਡਿਕਟ ਕਰ ਰਿਹਾ ਹੈਗਾ ਚਾਈਨਾ ਦੀ ਇਕੋਨਮੀ। ਇਹਨੂੰ ਪੜ੍ਹਦੇ ਆਂਗੇ, ਸਮਝਦੇ ਹਾਂ ਇਹਨੂੰ, ਕਿ ਇਹਦੀ ਇਕੋਨਮੀ ਦੇ ਵਧਣ ਦੇ ਕੀ ਕੀ ਕਾਰਨ ਹੈਗੇ। ਇਹ ਸਾਰਾ ਪੜ੍ਹਾਂਗੇ ਆਪਾਂ, ਸਮਝਾਂਗੇ ਚੰਗੀ ਤਰ੍ਹਾਂ। ਇਨ ਸਟਾਰਟਿੰਗ ਚਾਈਨਾ ਵਾਜ਼ ਨਾਟ ਏ ਡਿਵੈਲਪਡ ਕੰਟਰੀ ਲਾਈਕ ਟੂਡੇ। ਚਾਈਨਾਜ਼ ਇਕਨੋਮਿਕ ਸਕਸੈਸ ਇਨਕਰੀਜ਼ਡ ਸਿੰਸ 1978 ਐਜ਼ ਏ ਗ੍ਰੇਟ ਪਾਵਰ। ਇਟ ਇਜ਼ ਪ੍ਰੋਜੈਕਟਡ ਟੂ ਓਵਰਟੇਕ ਦਾ US ਐਜ਼ ਦਾ ਵਰਲਡਜ਼ ਲਾਰਜੈਸਟ ਇਕੋਨਮੀ ਬਾਏ 2040। ਦੇਖੋ ਵੀ ਸ਼ੁਰੂ ਦੇ ਵਿੱਚ ਚਾਈਨਾ ਇੱਕ ਡਿਵੈਲਪ ਕੰਟਰੀ ਨਹੀਂ ਸੀਗਾ ਅੱਜ ਦੇ ਵਾਂਗੂ। ਚਾਈਨਾ ਜਿਹੜੀ ਇਕਨੋਮਿਕ ਸਕਸੈਸ ਹੈ 1978 ਤੋਂ ਸ਼ੁਰੂ ਹੁੰਦੀ ਹੈ, ਉਹ 1978 ਤੋਂ ਹੀ ਵਧਣੀ ਸ਼ੁਰੂ ਹੁੰਦੀ ਹੈ ਚਾਈਨਾ ਦੀ ਇਕੋਨਮੀ, ਕਿਉਂਕਿ 1978 ਦੇ ਵਿੱਚ ਡੈਂਗ ਜੌਂਗਪਿੰਗ ਓਪਨ ਡੋਰ ਪੋਲਿਸੀ ਨੂੰ ਅਪਣਾ ਲੈਂਦੇ ਹੈਗੇ। ਓਪਨ ਡੋਰ ਪੋਲਿਸੀ ਆ ਜਾਂਦੀ ਹੈ, ਫਿਰ ਆਪਦੀ ਇਹ ਇੰਡਸਟਰੀ ਨੂੰ ਅਤੇ ਐਗਰੀਕਲਚਰ ਨੂੰ ਪ੍ਰਾਈਵੇਟ ਕਰ ਦਿੰਦੇ ਹੈ, ਅਤੇ ਇਸ ਤੋਂ ਬਾਅਦ ਰੂਰਲ ਇਕੋਨਮੀ ਵਧਣੀ ਸ਼ੁਰੂ ਹੋ ਜਾਂਦੀ ਹੈ, ਇਹਨਾਂ ਦੀ ਪ੍ਰੋਡਕਸ਼ਨ ਵਧਣੀ ਸ਼ੁਰੂ ਹੋ ਜਾਂਦੀ ਹੈ, GDP ਵਧਣੀ ਸ਼ੁਰੂ ਹੋ ਜਾਂਦੀ ਹੈ। ਹਾਂਜੀ, ਅਤੇ ਇਹ ਵੀ ਪ੍ਰੋਜੈਕਟ ਕੀਤਾ ਜਾ ਰਿਹਾ ਕਿ ਇਹ 2040 ਤੱਕ US ਦੀ ਇਕੋਨਮੀ ਨੂੰ ਵੀ ਪਿੱਛੇ ਛੱਡ ਦੂਗੀ ਚਾਈਨਾ ਦੀ ਇਕੋਨਮੀ, ਜਿਸ ਤਰੀਕੇ ਨਾਲ ਉਹ ਅੱਗੇ ਵਧ ਰਹੀ ਹੈ। ਹਾਂਜੀ, ਅੱਗੇ ਹੈ ਦਾ ਫੈਕਟਰ ਆਫ ਦਾ ਇਨਕਰੀਜ਼ਿੰਗ ਇਟਸ ਇਕੋਨਮੀ ਸੱਚ ਐਜ ਪਾਪੂਲੇਸ਼ਨ, ਲੈਂਡ ਮਾਸ, ਰਿਸੋਰਸਿਸ, ਰੀਜਨਲ ਲੋਕੇਸ਼ਨ ਐਂਡ ਪੋਲੀਟੀਕਲ ਇਨਫਲੂਐਂਸ। ਦੇਖੋ ਜੀ, ਕੁਝ ਫੈਕਟਰ ਹੈ ਚਾਈਨਾ ਦੀ ਇਕੋਨਮੀ ਦੇ ਅੱਗੇ ਵਧਣ ਦੇ, ਕੁਝ ਫੈਕਟਰ ਨੇ, ਜਿਵੇਂ ਕਿ ਚਾਈਨਾ ਦੇ ਕੋਲ ਪਾਪੂਲੇਸ਼ਨ ਬਹੁਤ ਜ਼ਿਆਦਾ ਹੈਗੀ, ਚਾਈਨਾ ਕੋਲ ਲੈਂਡ ਮਾਸ, ਪੱਧਰੀ ਜ਼ਮੀਨ, ਉਪਜਾਊ ਜ਼ਮੀਨ ਵੀ ਕਾਫੀ ਹੈਗੀ। ਇਸ ਤੋਂ ਇਲਾਵਾ ਉਹਨਾਂ ਕੋਲ ਰਿਸੋਰਸਿਸ ਵੀ ਕਾਫੀ ਨੇ, ਜਿਵੇਂ ਕਿ ਕੋਲਾ ਬਹੁਤ ਆ ਉਹਨਾਂ ਕੋਲ, ਲੋਹਾ ਬਹੁਤ ਹੈ, ਸਟੀਲ ਬਹੁਤ ਹੈ, ਹੋਰ ਵੀ ਬਹੁਤ ਸਾਰੀ ਖਣਿਜ ਹੈ, ਉਹਨਾਂ ਦਾ ਵੀ ਬਹੁਤ ਜ਼ਿਆਦਾ ਉਹਨੂੰ ਫਾਇਦਾ ਹੋਇਆ। ਇੱਕ ਰੀਜਨਲ ਲੋਕੇਸ਼ਨ ਇੱਦਾਂ ਦੀ ਹੈ, ਚਾਈਨਾ ਦਾ ਬਹੁਤ ਜ਼ਿਆਦਾ ਹਿੱਸਾ ਜਿਹੜਾ ਉਹ ਸਮੁੰਦਰ ਦੇ ਨਾਲ ਟੱਚ ਹੁੰਦਾ, ਸਾਊਥ ਚਾਈਨਾ ਸੀ ਅਤੇ ਈਸਟ ਚਾਈਨਾ ਸੀ ਨਾਲ ਟੱਚ ਹੁੰਦਾ ਹੈ, ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਚਾਈਨਾ ਦਾ ਈਸਟਰਨ ਪੋਰਸ਼ਨ ਹੈਗਾ,
ਉਹ ਸਾਰਾ ਸਮੁੰਦਰ ਨਾਲ ਟੱਚ ਹੁੰਦਾ ਹੈਗਾ ਪੈਸੀਫਿਕ ਓਸ਼ਨ ਦੇ ਨਾਲ, ਜਿੱਥੇ ਕਿ ਈਸਟ ਚਾਈਨਾ ਸੀ ਅਤੇ ਸਾਊਥ ਚਾਈਨਾ ਸੀ ਹੈਗੇ। ਤਾਂ ਰੀਜਨਲ ਲੋਕੇਸ਼ਨ ਦਾ ਵੀ ਉਹਨੂੰ ਕਾਫੀ ਫਾਇਦਾ ਹੋਇਆ। ਇੱਕ ਪੋਲੀਟੀਕਲ ਇਨਫਲੂਐਂਸ ਵੀ ਕਾਫੀ ਹੈਗਾ ਚਾਈਨਾ ਦਾ, ਕਿਉਂਕਿ ਚਾਈਨਾ ਦੇ ਕੋਲੇ ਸਿਕਿਉਰਿਟੀ ਕੌਂਸਲ ਦੇ ਵਿੱਚ ਪਰਮਾਨੈਂਟ ਸੀਟ ਹੈਗੀ। ਤਾਂ ਇਹ ਵੀ ਇਹਦੀ ਇਕੋਨਮੀ ਦੇ ਵਧਣ ਦੇ ਬਹੁਤ ਹੀ ਵਧੀਆ ਫੈਕਟਰ ਨੇਗੇ, ਜਿਨ੍ਹਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਗਾ। ਅੱਗੇ ਵੀ ਇਨ 1949 ਦਾ ਕਮਿਊਨਿਸਟ ਰੈਵੋਲੂਸ਼ਨ ਅੰਡਰ ਦਾ ਲੀਡਰਸ਼ਿਪ ਆਫ ਦਾ ਮਾਓ, 1949 ਦੇ ਵਿੱਚ ਇਹਨਾਂ ਦਾ ਜਿਹੜਾ ਕਮਿਊਨਿਸਟ ਰੈਵੋਲੂਸ਼ਨ ਸੀ ਉਹ ਸਫਲ ਹੋ ਜਾਂਦਾ ਗਾ। ਪਹਿਲੇ ਇਹਨਾਂ ਦੇ ਜਿਹੜੇ ਚੇਅਰਮੈਨ ਸੀਗੇ ਉਹ ਮਾਓ ਜੇਦੌਂਗ ਸੀਗੇ, ਜਿਹੜੇ ਕਮਿਊਨਿਸਟ ਪਾਰਟੀ ਦੇ ਫਾਊਂਡਰ ਵੀ ਸੀਗੇ। ਤਾਂ ਮਾਓ ਜੇਦੌਂਗ ਚਾਈਨਾ ਨੂੰ ਲੀਡ ਕਰਨਗੇ ਕਾਫੀ ਸਾਲ, ਅਤੇ ਉਹ ਕਮਿਊਨਿਸਟ ਸਿੰਗਲ ਪਾਰਟੀ ਰੂਲ ਲੈ ਕੇ ਆਉਣਗੇ ਚਾਈਨਾ ਦੇ ਵਿੱਚ, ਅਤੇ PRC ਪੀਪਲ ਰਿਪਬਲਿਕ ਆਫ ਚਾਈਨਾ ਉਹ ਬਣਾਉਣਗੇ ਅਤੇ ਚਾਈਨਾ ਦੀ ਅਗਵਾਈ ਕਰਨਗੇ। ਅਤੇ ਕਿਉਂਕਿ ਚਾਈਨਾ ਦੇ ਵਿੱਚ ਕਮਿਊਨਿਜ਼ਮ ਹੈਗਾ, ਇਸ ਕਰਕੇ ਉਹਨਾਂ ਦੇ ਵੈਸਟਰਨ ਰਿਲੇਸ਼ਨ ਚੰਗੇ ਨਹੀਂ ਹੋਣਗੇ, ਅਤੇ ਚਾਈਨਾ ਜਿਹੜੇ ਰਿਲੇਸ਼ਨ ਆ ਉਹ ਸੋਵੀਅਤ ਯੂਨੀਅਨ ਨਾਲ ਬਹੁਤ ਚੰਗੇ ਹੋਣਗੇ, ਅਤੇ ਉਹ ਸੋਵੀਅਤ ਮਾਡਲ ਨੂੰ ਹੀ ਦੇਸ਼ ਦੇ ਵਿੱਚ ਲੈ ਕੇ ਆਉਣਗੇ। ਹਾਂਜੀ, ਇਨ 1949 ਕਮਿਊਨਿਸਟ ਰੈਵੋਲੂਸ਼ਨ ਅੰਡਰ ਦਾ ਲੀਡਰਸ਼ਿਪ ਆਫ ਮਾਓ, ਇਟਸ ਇਕੋਨਮੀ ਵਾਜ ਬੇਸਡ ਔਨ ਦਾ ਸੋਵੀਅਤ ਮਾਡਲ, ਅਤੇ ਇਹਨਾਂ ਦੀ ਇਕੋਨਮੀ ਜਿਹੜੀ ਸੋਵੀਅਤ ਮਾਡਲ ਦੇ ਆਧਾਰਿਤ ਸੀ। ਚਾਈਨਾ ਅਡੋਪਟਡ ਸੋਸ਼ਲਿਜ਼ਮ ਐਂਡ ਨਾਟ ਚੂਜ਼ ਇਟਸ ਲਿੰਕ ਟੂ ਕੈਪੀਟਲਿਸਟ ਵਰਲਡ। ਤਾਂ ਚਾਈਨਾ ਨੇ ਸੋਸ਼ਲਿਜ਼ਮ ਨੂੰ, ਸਮਾਜਵਾਦ ਨੂੰ ਅਪਣਾਇਆ ਸੀਗਾ, ਅਤੇ ਇਹਨਾਂ ਨੇ ਆਪਦੇ ਲਿੰਕ ਹੈ ਜਿਹੜੇ, ਆਪਦੇ ਕੰਟੈਕਟ ਹੈ ਜਿਹੜੇ ਉਹ ਵੈਸਟਰਨ ਵਰਲਡ ਦੇ ਨਾਲ ਨਹੀਂ ਬਣਾਏ ਸੀਗੇ, ਵੈਸਟਰਨ ਕੰਟਰੀਜ਼ ਦੇ ਜਾਂ ਕੈਪੀਟਲਿਸਟ ਵਰਲਡ, ਕਿਉਂਕਿ ਜ਼ਿਆਦਾਤਰ ਕੈਪੀਟਲਿਸਟ ਵਰਲਡ ਕਿੱਥੇ ਹੈਗਾ, ਕੈਪੀਟਲਿਸਟ ਕੰਟਰੀਜ਼ ਜਿਹੜੇ ਨੇ USA ਹੈ, ਕੈਨੇਡਾ ਹੈ, ਜਾਂ ਵੈਸਟਰਨ ਯੂਰਪ ਦੇ ਕੰਟਰੀ ਹੈਗੇ, ਉਹਨਾਂ ਦੇ ਨਾਲ ਇਹਨਾਂ ਆਪਦੇ ਲਿੰਕ ਨਹੀਂ ਬਣਾਏ। ਸੋ ਦੇ ਹੈਵ ਨੋ ਚੋਇਸ ਟੂ ਯੂਜ਼ ਦੇਅਰ ਓਨ ਰਿਸੋਰਸਿਸ। ਤਾਂ ਇਹਨਾਂ ਕੋਲ ਹੋਰ ਕੋਈ ਚਾਰਾ ਹੀ ਨਹੀਂ ਸੀਗਾ, ਆਪਦੇ ਰਿਸੋਰਸਿਸ ਨੂੰ ਯੂਜ਼ ਕਰਨ ਤੋਂ ਇਲਾਵਾ ਇਹਨਾਂ ਕੋਲ ਹੋਰ ਕੋਈ ਰਾਹ ਨਹੀਂ ਸੀਗਾ। ਵਿਦ ਦਾ ਹੈਲਪ ਆਫ USSR ਦੇ ਇਨਵੈਸਟਡ ਦੇਅਰ ਕੈਪੀਟਲ ਫਰਮ ਐਗਰੀਕਲਚਰ ਟੂ ਇੰਡਸਟਰੀ। ਅਤੇ ਇਹਨਾਂ ਨੇ USSR ਦੀ ਸਹਾਇਤਾ ਦੇ ਨਾਲ ਜਿਹੜੀ ਵੀ ਕੈਪੀਟਲ, ਜਿਹੜਾ ਵੀ ਪੈਸਾ ਇਹਨਾਂ ਨੂੰ ਇੰਡਸਟਰੀ ਐਗਰੀਕਲਚਰ ਤੋਂ ਬਚਦਾ ਸੀ, ਉਹ ਇਹਨਾਂ ਨੇ ਇੰਡਸਟਰੀ ਵੱਲ ਲਾਉਣਾ ਸ਼ੁਰੂ ਕੀਤਾ। ਅੱਗੇ ਵੀ ਦੇ ਹੈਡ, ਅੱਗੇ ਵਧਦੇ ਹਾਂ ਬੇਟਾ, ਦੇ ਹੈਡ ਨੋ ਫੋਰਨ ਕਰੰਸੀ ਸੋ ਕੁਡ ਨਾਟ ਟਰੇਡ ਵਿਦ ਅਦਰ ਕੰਟਰੀਜ਼ ਟੂ ਬਾਏ ਟੈਕਨੋਲੋਜੀ ਐਂਡ ਗੁਡਸ। ਤਾਂ ਦੇਖੋ ਬੱਚਿਓ, ਇਹ ਇਹਨਾਂ ਕੋਲ ਸੋਵੀਅਤ ਮਾਡਲ ਹੈ, ਇਹ ਆਪਣੇ ਹੀ ਰਿਸੋਰਸ ਯੂਜ਼ ਕਰ ਰਹੇ ਆ, ਇਹਨਾਂ ਕੋਲ ਟੈਕਨੋਲੋਜੀ ਦੀ ਕਮੀ ਹੈ, ਕਿਉਂਕਿ ਵੈਸਟ ਦੇ ਨਾਲ ਇਹਨਾਂ ਨੇ ਰਿਲੇਸ਼ਨ ਆਪਦੇ ਚੰਗੇ ਨਹੀਂ ਬਣਾਏ ਹਜੇ ਤੱਕ, ਇਸ ਕਰਕੇ ਇਹਨਾਂ ਕੋਲ ਫੋਰਨ ਕਰੰਸੀ ਦੀ ਕਮੀ ਸੀਗੀ। ਉਹਦੀ ਕਮੀ ਹੋਣ ਕਾਰਨ ਇਹ ਦੂਜਿਆਂ ਨਾਲ ਟਰੇਡ ਵੀ ਨਹੀਂ ਕਰ ਪਾਏ, ਦੂਜੀ ਕੰਟਰੀ ਨਾਲ, ਵੈਸਟਰਨ ਕੰਟਰੀ ਦੇ ਨਾਲ, ਅਤੇ ਇਹਨਾਂ ਕੋਲ ਟੈਕਨੋਲੋਜੀ ਅਤੇ ਗੁਡਸ ਦੀ ਕਮੀ ਰਹੀ। ਅੱਗੇ ਵਧਦੇ ਬੱਚਿਓ, ਹਾਂਜੀ ਅੱਗੇ ਸ਼ੁਰੂ ਕਰਦੇ ਆਪਾਂ। ਹਾਂਜੀ, ਤਾਂ ਚਾਈਨਾ ਡਿਸਾਈਡਡ ਟੂ ਮੇਕ ਗੁਡਸ ਐਟ ਡੋਮੈਸਟਿਕ ਲੈਵਲ। ਤਾਂ ਚਾਈਨਾ ਨੇ ਇਹ ਫੈਸਲਾ ਲਿਆ ਕਿ ਉਹ ਜਿਹੜੀਆਂ ਵੀ ਚੀਜ਼ਾਂ ਬਣਾਊਗਾ ਉਹ ਘਰੇਲੂ ਪੱਧਰ 'ਤੇ ਬਣਾਊਗਾ, ਡੋਮੈਸਟਿਕ ਲੈਵਲ 'ਤੇ ਹੀ ਬਣਾਊਗਾ। ਚਾਈਨਾ ਪ੍ਰੋਵਾਈਡਡ ਐਜੂਕੇਟਿੰਗ ਇਟਸ ਸਿਟੀਜ਼ਨਜ਼ ਐਂਡ ਇੰਸ਼ੋਰਿੰਗ ਬੈਟਰ ਹੈਲਥ ਫਾਰ ਦੈਮ ਟੂ ਮੂਵ ਡਿਵੈਲਪਡ ਕੰਟਰੀ। ਤਾਂ ਚਾਈਨਾ ਨੇ ਆਪਣੇ ਸਿਟੀਜ਼ਨ ਨੂੰ ਐਜੂਕੇਸ਼ਨ ਦੇਣੀ ਸ਼ੁਰੂ ਕੀਤੀ, ਵਧੀਆ ਹੈਲਥ ਦੇਣੀ ਸ਼ੁਰੂ ਕੀਤੀ, ਹੈਲਥ ਦੀਆਂ ਸਹੂਲਤਾਂ ਦੇਣੀਆਂ ਸ਼ੁਰੂ ਕੀਤੀਆਂ, ਅਤੇ ਆਪਣੀ ਕੰਟਰੀ ਨੂੰ ਡਿਵੈਲਪ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗ ਗਿਆ ਚਾਈਨਾ। ਅੱਗੇ ਚਾਈਨਾ ਐਸਟੈਬਲਿਸ਼ਡ ਇਟਸ ਰਿਲੇਸ਼ਨ ਵਿਦ ਦਾ US ਇਨ 1972। ਹੁਣ ਇਹਨਾਂ ਦੀ ਜਿਹੜੀ ਇਕੋਨਮੀ ਦੇ ਵਿੱਚ ਬਹੁਤ ਇੱਕ ਟਰਨਿੰਗ ਪੁਆਇੰਟ ਆਊਗਾ, ਇੱਕ ਇਹ ਵਿਕਸਿਤ ਇਕੋਨਮੀ ਵੱਲ ਵਧਣਾ ਸ਼ੁਰੂ ਹੋਣਗੇ ਇੱਥੋਂ 1972 ਤੋਂ। 1972 ਦੇ ਵਿੱਚ ਇਹਨਾਂ ਨੇ US ਦੇ ਨਾਲ ਚੰਗੇ ਰਿਲੇਸ਼ਨ ਬਣਾ ਲਏ ਸੀ। US ਦਾ ਕੋਈ ਪ੍ਰੈਜ਼ੀਡੈਂਟ ਸੀ ਇੱਥੇ, ਸ਼ਾਇਦ ਮੇਰੇ ਨਾਂ ਨਹੀਂ ਯਾਦ ਆ ਰਿਹਾ ਹੁਣ, ਉਹਨਾਂ ਨੇ ਚਾਈਨਾ ਨੂੰ ਵਿਜ਼ਿਟ ਕੀਤਾ ਸੀਗਾ। ਇਸ ਤੋਂ ਬਾਅਦ ਚਾਈਨਾ ਦੇ US ਦੇ ਨਾਲ ਸੰਬੰਧ ਚੰਗੇ ਹੋ ਜਾਂਦੇ ਆ। ਫਿਰ 1973 ਦੇ ਵਿੱਚ ਜਾਓ ਇਨ ਲਾਈ ਇਹਨਾਂ ਦੇ ਇੱਕ ਪ੍ਰੈਜ਼ੀਡੈਂਟ ਸੀਗਾ। ਇਨ 1973 ਜਾਓ ਇਨ ਲਾਈ ਪ੍ਰਪੋਜ਼ ਦਾ ਫੋਰ ਮੋਡਰਨਾਈਜੇਸ਼ਨ ਪ੍ਰੋਗਰਾਮ ਐਗਰੀਕਲਚਰ, ਇੰਡਸਟਰੀ, ਸਾਇੰਸ ਐਂਡ ਟੈਕਨੋਲੋਜੀ ਐਂਡ ਮਿਲਟਰੀ। ਤਾਂ ਜਾਓ ਇਨ ਲਾਈ ਨੇ ਇੱਕ ਪ੍ਰੋਗਰਾਮ ਇੰਪਲੀਮੈਂਟ ਕੀਤਾ, ਜਿਹਦੇ ਵਿੱਚ ਉਹਨਾਂ ਨੇ ਬੋਲਿਆ ਸੀਗਾ ਕਿ ਜੇ ਕਿਸੇ ਕੰਟਰੀ ਨੇ ਅੱਗੇ ਵਧਣਾ ਗਾ, ਜੇ ਕਿਸੇ ਕੰਟਰੀ ਨੇ ਡਿਵੈਲਪ ਹੋਣਾ ਗਾ, ਉਹਨੂੰ ਆਪਦੇ 4 ਪੁਆਇੰਟ 'ਤੇ ਧਿਆਨ ਦੇਣ ਦੀ ਲੋੜ ਹੈ। ਇੱਕ ਐਗਰੀਕਲਚਰ ਨੂੰ ਡਿਵੈਲਪ ਕਰਨਾ ਹੋਊਗਾ, ਇੱਕ ਇੰਡਸਟਰੀ ਨੂੰ, ਇੱਕ ਸਾਇੰਸ ਐਂਡ ਟੈਕਨੋਲੋਜੀ ਨੂੰ, ਇੱਕ ਮਿਲਟਰੀ ਨੂੰ। ਅਤੇ ਜੇ ਆਪਾਂ ਇਹਨਾਂ ਚਾਰਾਂ 'ਤੇ ਜ਼ਿਆਦਾ ਧਿਆਨ ਦੇਵਾਂਗੇ ਤਾਂ ਆਪਾਂ ਵਿਕਸਿਤ, ਡਿਵੈਲਪਡ ਹੋ ਜਾਵਾਂਗੇ। ਅੱਗੇ ਇਨ 1978 ਇਹ ਬਹੁਤ ਇੰਪੋਰਟੈਂਟ ਲਾਈਨ ਆ ਬੱਚਿਓ। ਆਹ ਵਾਲੀ ਵੀ ਤੁਹਾਨੂੰ ਛੋਟਾ ਸਵਾਲ ਆ ਸਕਦਾ ਹੈ ਕਿ US ਦੇ ਨਾਲ ਸੰਬੰਧ ਕਦੋਂ ਬਣਾਏ, ਅਤੇ ਤੁਹਾਨੂੰ ਸਵਾਲ ਆ ਸਕਦਾ ਹੈਗਾ ਵੀ ਫੋਰ ਮੋਡਰਨਾਈਜੇਸ਼ਨ ਦੀ ਗੱਲ ਕਿਹਨੇ ਕੀਤੀ, ਜਾਓ ਇਨ ਲਾਈ ਨੇ ਕੀਤੀ 1973 ਦੇ ਵਿੱਚ, ਉਹ ਹੈ ਕਿਹੜੇ ਕਿਹੜੇ ਪੁਆਇੰਟ ਸੀ, ਇਹ ਵੀ ਸਵਾਲ ਆ ਸਕਦਾ ਗਾ। ਇਸ ਤੋਂ ਇਲਾਵਾ ਤੁਹਾਨੂੰ ਇਹ ਸਵਾਲ ਆ ਸਕਦਾ ਕਿ ਜਿਵੇਂ ਇਨ 1978 ਡੈਂਗ ਜ਼ੋਂਗਪਿੰਗ ਅਨਾਊਂਸ ਦਾ ਓਪਨ ਡੋਰ ਪੋਲਿਸੀ ਐਂਡ ਇਕਨੋਮਿਕ ਰਿਫੋਰਮ ਇਨ ਚਾਈਨਾ। ਵੀ ਇਕਨੋਮਿਕ ਰਿਫੋਰਮ ਕੌਣ ਲੈ ਕੇ ਆਇਆ, ਅਤੇ ਉਸ ਪੋਲਿਸੀ ਦਾ ਨਾਮ ਕੀ ਸੀ, ਓਪਨ ਡੋਰ ਪੋਲਿਸੀ ਸੀ। ਕੌਣ ਲੈ ਕੇ ਆਇਆ, ਡੈਂਗ ਜ਼ੋਂਗਪਿੰਗ ਲੈ ਕੇ ਆਇਆ। ਕਦੋਂ ਲੈ ਕੇ ਆਇਆ, 1978 ਦੇ ਵਿੱਚ ਲੈ ਕੇ ਆਇਆ। ਇਸ ਛੋਟੇ ਸਵਾਲ ਵੀ ਬਣ ਸਕਦੇ ਹੈਗੇ। ਹਾਂਜੀ, ਆਫਟਰ ਦੈਟ ਚਾਈਨਾ ਟਰੇਡ ਵਾਜ ਇਨਕਰੀਜ਼ ਰੈਪਡਲੀ ਐਂਡ ਨੋ ਲੈਕ ਆਫ ਫੋਰਨ ਕਰੰਸੀ। ਦੇਖੋ ਬੱਚੇ, ਹੁਣ ਉਹਨਾਂ ਨੇ ਆਪਦੀ ਇਕੋਨਮੀ ਦੇ ਵਿੱਚ ਕਾਫੀ ਸੁਧਾਰ ਕਰ ਲਿਆ। ਹੁਣ ਉਹਨਾਂ ਨੇ ਓਪਨ ਡੋਰ ਪੋਲਿਸੀ ਅਪਣਾ ਲਈ ਹੈ, ਵੈਸਟ ਦੇ ਨਾਲ ਚੰਗੇ ਰਿਲੇਸ਼ਨ ਬਣਨ ਕਾਰਨ ਉਹਨਾਂ ਦਾ ਟਰੇਡ ਵੱਧ ਜੂਗਾ,
ਤਾਂ ਹੁਣ ਚਾਈਨਾ ਦੀ ਇਕੋਨਮੀ ਬਹੁਤ ਤੇਜ਼ੀ ਨਾਲ ਇਨਕਰੀਜ਼ ਕਰਨ ਲੱਗ ਗਈ। ਇਹਨਾਂ ਦਾ ਆਫਟਰ ਦੈਟ ਚਾਈਨਾ ਟਰੇਡ ਵਾਈਜ਼ ਉਹਨਾਂ ਦਾ ਜਿਹੜਾ ਟਰੇਡ ਆ ਉਹ ਬਹੁਤ ਤੇਜ਼ੀ ਨਾਲ ਵੱਧ ਗਿਆ ਅਤੇ ਹੁਣ ਉਹਨਾਂ ਕੋਲ ਫੋਰਨ ਕਰੰਸੀ ਦੀ ਕੋਈ ਕਮੀ ਨਾ ਰਹੀ। ਦਾ ਪ੍ਰਾਈਵੇਟਾਈਜੇਸ਼ਨ ਆਫ ਦਾ ਐਗਰੀਕਲਚਰ ਇਨ 1982 ਐਂਡ ਇੰਡਸਟਰੀ ਇਨ 1998। ਤਾਂ ਉਹਨਾਂ ਨੇ ਆਪਦੀ ਐਗਰੀਕਲਚਰ ਨੂੰ ਪ੍ਰਾਈਵੇਟ ਕਰਤਾ 1982 ਦੇ ਵਿੱਚ ਅਤੇ ਇੰਡਸਟਰੀ ਨੂੰ ਪ੍ਰਾਈਵੇਟ ਕਰਤਾ 1998 ਦੇ ਵਿੱਚ। ਇਹ ਉਸੇ ਤਰ੍ਹਾਂ ਹੀ ਆ ਬੱਚਿਓ, ਜਿਵੇਂ ਕਿ 1991 ਦੇ ਵਿੱਚ ਇੰਡੀਆ ਦੇ ਵਿੱਚ ਇਕਨੋਮਿਕ ਰਿਫੋਰਮ ਆਏ ਸੀਗੇ। ਹਾਂਜੀ, ਨਿਊ ਪੋਲਿਸੀ ਲੈ ਕੇ ਆਏ ਸੀਗੇ ਆਪਾਂ ਵੀ। ਫਿਰ ਟਰੇਡ ਬੈਰੀਅਰਸ ਵਰ ਐਲੀਮੀਨੇਟਡ ਓਨਲੀ ਇਨ ਸਪੈਸ਼ਲ ਇਕਨੋਮਿਕ ਜ਼ੋਨ ਵੇਅਰ ਫੋਰਨ ਇਨਵੈਸਟਰ ਕੋਡ ਸੈਟ ਅਪ ਐਂਟਰਪ੍ਰਾਈਜ਼। ਇਹਨਾਂ ਨੇ ਟਰੇਡ ਬੈਰੀਅਰ ਸਿਰਫ ਐਲੀਮੀਨੇਟ ਸੇਜ ਦੇ ਵਿੱਚ ਹੀ ਕੀਤੇ ਸੀ, ਵੀ ਸਪੈਸ਼ਲ ਇਕਨੋਮਿਕ ਜ਼ੋਨ ਦੇ ਵਿੱਚ ਹੀ ਕੀਤੇ ਸੀਗੇ, ਅਤੇ ਤਾਂ ਕਿ ਉੱਥੇ ਜਿਹੜੇ ਫੋਰਨ ਇਨਵੈਸਟਰ ਹੈਗੇ ਉਹ ਆਸਾਨੀ ਦੇ ਨਾਲ ਆਪਣੀਆਂ ਛੋਟੀਆਂ ਛੋਟੀਆਂ ਕੰਪਨੀਆਂ ਲਾ ਸਕਣ। ਹਾਂਜੀ, ਇਨ 2001 ਚਾਈਨਾ ਬਿਕੇਮ ਦਾ ਮੈਂਬਰ ਆਫ WTO। 2001 ਦੇ ਵਿੱਚ ਚਾਈਨਾ ਜਿਹੜਾ ਉਹ ਵਰਲਡ ਟਰੇਡ ਔਰਗੇਨਾਈਜੇਸ਼ਨ ਦਾ ਵੀ ਮੈਂਬਰ ਬਣ ਗਿਆ। ਜਿਹੜਾ ਵਰਲਡ ਟਰੇਡ ਔਰਗੇਨਾਈਜੇਸ਼ਨ ਹੈ WTO 1995 'ਚ ਬਣਿਆ ਸੀਗਾ, ਅਤੇ ਇਹਦਾ ਹੈਡਕੁਆਟਰ ਜਿਨੇਵਾ ਦੇ ਵਿੱਚ ਹੈਗਾ, ਅਤੇ ਇਹ ਦੁਨੀਆ ਦੇ ਟਰੇਡ ਨੂੰ ਕੰਟਰੋਲ ਕਰਦਾ ਗਾ। ਹਾਂਜੀ, ਅੱਗੇ ਆ ਗਿਆ ਡਿਊ ਟੂ ਇਨਫਲੂਐਂਸ ਆਫ ਦਾ ਚਾਈਨਾ, ਜਾਪਾਨ, US, ਆਸੀਅਨ ਐਂਡ ਰਸ਼ੀਆ ਨਿਗਲੈਕਟਿੰਗ ਦਾ ਕੰਟਰੋਵਰਸੀਜ਼ ਅਮੰਗ ਦੈਮ ਐਂਡ ਰੈਡੀ ਟੂ ਟਰੇਡ ਵਿਦ ਚਾਈਨਾ। ਤਾਂ ਚਾਈਨਾ ਦੇ ਪ੍ਰਭਾਵ ਵਧਣ ਦੇ ਨਾਲ ਜਾਪਾਨ ਵਰਗੇ ਦੇਸ਼ਾਂ ਨੇ, US ਵਰਗੇ ਦੇਸ਼ਾਂ ਨੇ, ਆਸੀਅਨ ਕੰਟਰੀਜ਼ ਨੇ, ਰਸ਼ੀਆ ਨੇ ਆਪਣੀਆਂ ਜਿਹੜੀਆਂ ਕੰਟਰੋਵਰਸੀਜ਼ ਜਿਹੜੀਆਂ ਚਾਈਨਾ ਦੇ ਨਾਲ ਚੱਲੀਆਂ ਉਹਨੂੰ ਭੁਲਾ ਕੇ ਚਾਈਨਾ ਨਾਲ ਟਰੇਡ ਕਰਨ ਲਈ ਰਾਜੀ ਹੋ ਗਏ। ਹਾਂਜੀ, ਤਾਂ ਇਹ ਸੀਗਾ ਵੀ ਚਾਈਨਾ ਦੀ ਇਕੋਨਮੀ ਦੇ ਅੱਗੇ ਵਧਣ ਦੇ ਕਾਰਨ। ਸਭ ਤੋਂ ਮੇਨ ਕਾਰਨ ਕਿਹੜਾ ਹੈਗਾ? ਸਭ ਤੋਂ ਮੇਨ ਕਾਰਨ ਹੈਗਾ ਓਪਨ ਡੋਰ ਪੋਲਿਸੀ। ਹਾਂਜੀ, ਜਿਹੜੇ ਇਹ 1978 ਦੇ ਵਿੱਚ ਲੈ ਕੇ ਆਏ। ਹਾਂਜੀ ਬੱਚਿਓ, ਹੁਣ ਇਹ ਕੁਝ ਲਿਮੀਟੇਸ਼ਨ ਵੀ ਹੈ ਚਾਈਨਾ ਦੀਆਂ ਇਕੋਨਮੀ ਦੀਆਂ। ਲਿਮੀਟੇਸ਼ਨ ਕਿਹੜੀਆਂ ਕਿਹੜੀਆਂ ਨੇ? ਜਿਵੇਂ ਕਿ ਜਦੋਂ ਚਾਈਨਾ ਦੇ ਵਿੱਚ ਇਕੋਨਮੀ ਤੇਜ਼ੀ ਨਾਲ ਵਧਣ ਲੱਗ ਗਈ, ਚਾਈਨਾ ਦੇ ਵਪਾਰ ਤੇਜ਼ੀ ਨਾਲ ਵਧਣ ਲੱਗ ਗਿਆ, ਤਾਂ ਚਾਈਨਾ ਦੇ ਵਿੱਚ ਇੰਡਸਟਰੀ ਵੱਡੀ ਪੱਧਰ 'ਤੇ ਲੱਗਣ ਲੱਗ ਗਈ, ਤਾਂ ਇੰਡਸਟਰੀ ਵਿੱਚ ਮਸ਼ੀਨਾਂ ਵੀ ਵੱਡੀ ਪੱਧਰ 'ਤੇ ਲੱਗਣ ਲੱਗ ਗਈਆਂ, ਟੈਕਨੋਲੋਜੀ ਆ ਗਈ। ਉਹ ਟੈਕਨੋਲੋਜੀ ਆਉਣ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਸੈਮੀ ਸਕਿੱਲਡ ਸੀਗੇ ਜਾਂ ਪੂਰੀ ਤਰ੍ਹਾਂ ਸਕਿੱਲਡ ਹੈ ਨਹੀਂ ਸੀਗੇ, ਉਹ ਕੀ ਹੋ ਗਏ? ਅਨਪਲਾਏ ਹੋ ਗਏ। ਤਾਂ ਚਾਈਨਾ ਦੇ ਵਿੱਚ ਅਨਪਲਾਇਮੈਂਟ ਰਾਈਜ਼ ਹੋ ਗਈ, ਅਨਪਲਾਇਮੈਂਟ ਵੱਧ ਗਈ ਚਾਈਨਾ ਦੇ ਵਿੱਚ। ਇਸ ਤੋਂ ਬਾਅਦ ਵੀ ਵਰਕਿੰਗ ਕੰਡੀਸ਼ਨ ਜ਼ਿਆਦਾ ਫੀਮੇਲ ਇੰਪਲੋਇਜ਼ ਪਰ ਵੈਰੀ ਬੈਡ। ਅਤੇ ਜਿਹੜੀ ਵਰਕਿੰਗ ਕੰਡੀਸ਼ਨ ਸੀਗੀ ਫੀਮੇਲ ਦੀ ਉਹ ਵੀ ਬੈਡ ਸੀ, ਜਿਵੇਂ ਕਿ 18ਵੀਂ 19ਵੀਂ ਸਦੀ ਦੇ ਵਿੱਚ ਯੂਰਪ ਦੇ ਵਿੱਚ ਵਰਕਿੰਗ ਕੰਡੀਸ਼ਨ ਆਫ ਫੀਮੇਲ ਸੀਗੀ, ਉਸੇ ਤਰ੍ਹਾਂ ਹੀ ਚਾਈਨਾ ਦੇ ਵਿੱਚ ਹੋ ਗਈ। ਇਨਵਾਇਰਮੈਂਟ ਡੀਗ੍ਰੇਡੇਸ਼ਨ, ਕਿਉਂਕਿ ਵੱਡੀ ਪੱਧਰ 'ਤੇ ਇੰਡਸਟਰੀਆਂ ਲੱਗਣ ਲੱਗ ਗਈਆਂ, ਤਾਂ ਉਹਦੇ ਨਾਲ ਕੀ ਹੈਗਾ? ਇਨਵਾਇਰਮੈਂਟ ਡੀਗ੍ਰੇਡ ਹੋਣਾ ਸ਼ੁਰੂ ਹੋ ਗਿਆ, ਪੋਲੂਸ਼ਨ ਇਨਕਰੀਜ਼ ਹੋ ਗਿਆ। ਇਸ ਤੋਂ ਬਾਅਦ ਕਰਪਸ਼ਨ ਇਨਕਰੀਜ਼ ਹੋ ਗਈ, ਵੀ ਜਦੋਂ ਲੋਕਾਂ ਕੋਲ ਬਹੁਤ ਜ਼ਿਆਦਾ ਪੈਸਾ ਆਉਣ ਲੱਗ ਗਿਆ ਤਾਂ ਕਰਪਸ਼ਨ ਵੀ ਵੱਡੀ ਪੱਧਰ 'ਤੇ ਵੱਧ ਗਈ। ਤਾਂ ਇਨਕਰੀਜ਼ ਦਾ ਗੈਪ ਬਿਟਵੀਨ ਰਿਚ ਐਂਡ ਪੂਅਰ। ਇਹਦੇ ਨਾਲ ਹੁਣ ਦੇਖੋ ਬਹੁਤ ਸਾਰੇ ਇੰਡਸਟਰੀਲਿਸਟ ਆ ਗਏ, ਬਹੁਤ ਜ਼ਿਆਦਾ ਐਗਰੀਕਲਚਰ ਦੇ ਵਿੱਚ ਐਡਵਾਂਸਮੈਂਟ ਆ ਗਈ, ਤਾਂ ਬਹੁਤ ਸਾਰੇ ਲੋਕਾਂ ਦੀ ਆਮਦਨ ਵਧਣ ਲੱਗ ਗਈ। ਬਟ ਜਿਨ੍ਹਾਂ ਕੋਲ ਰਿਸੋਰਸਿਸ ਸੀਗੇ, ਕੰਪਨੀ ਲਾਉਣ ਦੇ ਰਿਸੋਰਸਿਸ ਸੀਗੇ, ਖੇਤੀਬਾੜੀ ਨੂੰ ਅੱਗੇ ਵਧਾਉਣ ਦੇ ਰਿਸੋਰਸਿਸ ਸੀਗੇ, ਉਹ ਤਾਂ ਕਾਫੀ ਅੱਗੇ ਵੱਧ ਗਏ, ਅਤੇ ਗਰੀਬ ਲੋਕ ਜਿਹੜੇ ਉਹ ਪਿੱਛੇ ਰਹਿ ਗਏ। ਤਾਂ ਚਾਈਨਾ ਦੇ ਵਿੱਚ ਰਿਚ ਐਂਡ ਪੂਅਰ ਦਾ ਗੈਪ ਆ ਜਿਹੜਾ ਉਹ ਇਨਕਰੀਜ਼ ਹੋ ਗਿਆ। ਇਹ ਕੁਝ ਲਿਮੀਟੇਸ਼ਨ ਨੇ ਚਾਈਨਾ ਦੀਆਂ ਇਕੋਨਮੀ ਦੀਆਂ। ਹਾਂਜੀ, ਤਾਂ ਲਿਮੀਟੇਸ਼ਨ ਹਰੇਕ ਦੀਆਂ ਹੁੰਦੀਆਂ ਹੀ ਹੈ। ਹਾਂਜੀ ਬੱਚਿਓ, ਹੁਣ ਅੱਗੇ ਤੁਹਾਡਾ ਟੋਪਿਕ ਹੈਗਾ ਇੰਡੀਆ ਚਾਈਨਾ ਰਿਲੇਸ਼ਨ। ਇੰਡੀਆ ਅਤੇ ਚਾਈਨਾ ਦੇ ਰਿਲੇਸ਼ਨ ਕਿੱਦਾਂ ਦੇ ਹੈ? ਇਹ ਬਹੁਤ ਇੰਪੋਰਟੈਂਟ ਹੈਗਾ। ਇਹ ਚੈਪਟਰ ਤੁਹਾਨੂੰ ਸੈਕਿੰਡ ਬੁੱਕ ਦੇ ਵਿੱਚ ਵੀ ਆਊਗਾ, ਤਾਂ ਇੱਥੇ ਵੀ ਆਪਾਂ ਪੜ੍ਹਦੇ ਹਾਂਗੇ ਇੰਡੀਆ ਚਾਈਨਾ ਰਿਲੇਸ਼ਨ। ਦੇਖੋ, ਇੰਡੀਆ ਅਤੇ ਚਾਈਨਾ ਦਾ ਬਾਰਡਰ ਪਹਿਲਾਂ ਟੱਚ ਹੀ ਨਹੀਂ ਹੁੰਦਾ ਸੀ। 1950 ਤੱਕ ਇੰਡੀਆ ਦੇ ਨਾਲ ਜਿਹੜਾ ਬਾਰਡਰ ਟੱਚ ਹੁੰਦਾ ਸੀ ਉਹ ਤਿੱਬਤ ਦਾ ਬਾਰਡਰ ਟੱਚ ਹੁੰਦਾ ਸੀ। ਤਿੱਬਤ ਦਾ ਬਾਰਡਰ ਟੱਚ ਹੁੰਦਾ ਸੀ। ਇੱਕ ਮਿੰਟ, ਮੈਂ ਬੱਚਿਓ ਤੁਹਾਨੂੰ ਨਕਸ਼ਾ ਦਿਖਾਉਣਾ ਗਾ। ਆਪਾਂ ਨਕਸ਼ਾ ਦੇਖ ਲਿਆਂਗੇ ਇੰਡੀਆ ਅਤੇ ਚਾਈਨਾ ਦਾ, ਤਾਂ ਤੁਹਾਨੂੰ ਥੋੜ੍ਹਾ ਜਿਹਾ ਕਲੀਅਰ ਹੋ ਜਾਊਗਾ। ਦੇਖੋ ਆਹ ਨਕਸ਼ਾ ਦੇਖੋ ਬੇਟਾ, ਆਹ ਹੈਗਾ ਇੰਡੀਆ। ਇਹ ਪੂਰੀ ਤਰ੍ਹਾਂ ਦਿਖਾਈ ਨਹੀਂ ਦੇ ਰਿਹਾ, ਪਰ ਫਿਰ ਵੀ ਦੇਖਣ ਦੀ ਕੋਸ਼ਿਸ਼ ਕਰੋ। ਆਹ ਹੈਗਾ ਇੰਡੀਆ, ਆਹ ਹੈਗਾ ਚਾਈਨਾ। ਇੱਥੇ ਜੰਮੂ ਕਸ਼ਮੀਰ ਹੈਗਾ। ਇੱਥੇ ਕੀ ਹੈਗਾ? ਜੰਮੂ ਕਸ਼ਮੀਰ ਹੈਗਾ। ਹੋ ਸਕਦਾ ਕੋਈ ਹੋਰ ਨਕਸ਼ਾ ਹੋਵੇ, ਆਪਾਂ ਕੋਸ਼ਿਸ਼ ਕਰਦੇ ਹਾਂ ਦੇਖਣ ਦੀ। ਨਕਸ਼ਾ ਹੋਰ ਹੋਣਾ ਚਾਹੀਦਾ ਹੈਗਾ ਵੈਸੇ, ਸਾਊਥ ਈਸਟ ਏਸ਼ੀਆ ਦੇ ਵਿੱਚ ਹੋਣਾ ਚਾਹੀਦਾ ਹੈਗਾ। ਜੇ ਤੁਹਾਨੂੰ ਇੱਥੇ ਮਿਲ ਗਿਆ ਤਾਂ ਬਹੁਤ ਚੰਗਾ ਹੋ ਜਾਊਗਾ। ਨਹੀਂ ਬੱਚਿਓ, ਇੱਥੇ ਹੈ ਨਹੀਂ ਗਾ ਨਕਸ਼ਾ। ਚਲੋ ਮੈਂ ਉਹੀ ਨਕਸ਼ਾ ਦੇਖਦੇ ਆਪਾਂ। ਆਹੀ ਦੇਖੋ, ਦੇਖੋ ਆਹ ਹੈਗਾ ਚਾਈਨਾ, ਆਹ ਹੈਗਾ ਇੰਡੀਆ। ਇੰਡੀਆ ਦਾ ਇੱਥੇ ਇੱਕ ਛੋਟੀ ਜਿਹੀ ਸਟੇਟ ਹੈ ਇੰਡੀਆ ਦੀ, ਅਰੁਣਾਚਲ ਪ੍ਰਦੇਸ਼। ਅਰੁਣਾਚਲ ਪ੍ਰਦੇਸ਼ ਚਾਈਨਾ ਇਹ ਮੰਨਦਾ ਗਾ ਕਿ ਅਰੁਣਾਚਲ ਪ੍ਰਦੇਸ਼ ਮੇਰਾ ਗਾ। ਦੂਜਾ ਇੱਕ ਇੱਥੇ ਕਸ਼ਮੀਰ ਦੇ ਵਿੱਚ ਇੱਕ ਛੋਟਾ ਜਿਹਾ ਏਰੀਆ, ਉਹਦਾ ਨਾਂ ਹੈਗਾ ਅਕਸਾਈ ਚਿਨ। ਲਦਾਖ ਹੈਗਾ, ਲਦਾਖ ਦੇ ਵਿੱਚ ਛੋਟਾ ਜਿਹਾ ਏਰੀਆ ਹੈਗਾ ਅਕਸਾਈ ਚਿਨ, ਉਹਨੂੰ ਵੀ ਚਾਈਨਾ ਆਪਣਾ ਮੰਨਦਾ ਗਾ। ਵੈਸੇ 1950 ਤੋਂ ਪਹਿਲਾਂ ਇੱਥੇ ਇੱਕ ਦੇਸ਼ ਹੋਇਆ ਕਰਦਾ ਸੀਗਾ, ਉਹਦਾ ਨਾਂ ਸੀਗਾ ਤਿੱਬਤ। 1950 ਦੇ ਵਿੱਚ ਤਿੱਬਤ 'ਤੇ ਕਬਜ਼ਾ ਕਰ ਲੈਂਦਾ ਚਾਈਨਾ, ਅਤੇ ਤਿੱਬਤ ਦੇ ਜਿਹੜੇ ਲੋਕ ਹੈਗੇ ਉਹ ਬਹੁਤ ਥੋੜ੍ਹੀ ਥੋੜ੍ਹੀ ਗਿਣਤੀ ਕਰਕੇ ਕਿੱਥੇ ਆਉਣੇ ਸ਼ੁਰੂ ਹੋ ਜਾਂਦੇ ਹੈਗੇ? ਇੰਡੀਆ 'ਚ ਆਉਣੇ ਸ਼ੁਰੂ ਹੋ ਜਾਂਦੇ ਹੈਗੇ। ਤਾਂ ਕਾਫੀ ਫਿਰ 1954 ਦੇ ਵਿੱਚ ਇੰਡੀਆ ਅਤੇ ਚਾਈਨਾ ਨੇ ਇੱਕ
ਇੱਕ ਐਗਰੀਮੈਂਟ ਸਾਈਨ ਕਰ ਲਿਆ, ਉਹਦਾ ਨਾਂ ਸੀ ਪੰਚਸ਼ੀਲ ਐਗਰੀਮੈਂਟ। 1954 ਦੇ ਵਿੱਚ ਸਾਈਨ ਕੀਤਾ ਸੀਗਾ ਉਹ ਚਾਈਨਾ ਅਤੇ ਇੰਡੀਆ ਨੇ। ਹਿੰਦੀ ਚੀਨੀ ਭਾਈ ਭਾਈ ਦਾ ਨਾਅਰਾ ਦਿੱਤਾ ਸੀਗਾ। ਪਰ ਕਿਉਂਕਿ ਇਹ ਲਗਾਤਾਰ ਇੱਥੋਂ ਦੇ ਜਿਹੜੇ ਤਿੱਬਤੀ ਆ ਉਹ ਇੰਡੀਆ ਵੱਲ ਆਉਂਦੇ ਰਹੇ, ਤਾਂ ਉਸ ਤੋਂ ਬਾਅਦ ਦਲਾਈ ਲਾਮਾ ਇਹਨਾਂ ਦੇ ਇੱਕ ਧਾਰਮਿਕ ਲੀਡਰ ਸੀਗੇ, ਉਹ ਵੀ ਇੰਡੀਆ 'ਚ ਆ ਜਾਂਦੇ ਆ। ਤਾਂ ਇੰਡੀਆ ਨੇ ਉਹਨੂੰ ਪੋਲੀਟੀਕਲ ਅਸਾਈਲਮ ਦੇਤੀ, ਸ਼ੈਲਟਰ ਦੇਤੀ, ਤਾਂ ਉਹ ਧਰਮਸ਼ਾਲਾ ਦੇ ਵਿੱਚ ਬੈਠ ਗਏ। ਜਦੋਂ ਉਹਨਾਂ ਨੇ ਸ਼ੈਲਟਰ ਦੇਤੀ ਇੰਡੀਆ ਨੇ ਦਲਾਈ ਲਾਮਾ ਨੂੰ, ਤਾਂ ਚਾਈਨਾ ਨੇ ਉਹ 'ਤੇ ਰੋਸ ਪ੍ਰਗਟ ਕੀਤਾ, ਪ੍ਰੋਟੈਸਟ ਕੀਤਾ ਕਿ ਤੁਸੀਂ ਗਲਤ ਕੀਤਾ ਗਾ। ਫਿਰ ਚਾਈਨਾ ਨੂੰ ਇਹ ਹੋ ਜਾਊਗਾ ਕਿ ਚਾਈਨਾ ਨੂੰ ਇਹ ਹੋ ਜਾਊਗਾ ਕਿ ਜਿਹੜਾ ਇੰਡੀਆ ਹੈਗਾ ਉਹ ਤਿੱਬਤ ਨੂੰ ਆਜ਼ਾਦ ਕਰਾਉਣ ਵਾਸਤੇ ਮਦਦ ਕਰੂਗਾ, ਉਹ ਚਾਈਨਾ ਦੇ ਨਾਲ ਲੜਾਈ ਲੜੂਗਾ। ਇਸ ਤੋਂ ਪਹਿਲਾਂ ਉਹ ਸਾਡੇ ਨਾਲ ਲੜਾਈ ਲੜੇ, ਅਸੀਂ ਉਹਦੇ 'ਤੇ ਹਮਲਾ ਕਰ ਦਿੰਦੇ ਹਾਂ। ਇਸ ਕਰਕੇ 1962 ਦੇ ਵਿੱਚ ਜਦੋਂ ਕਿਊਬਾ ਮਿਜ਼ਾਈਲ ਕ੍ਰਾਈਸਿਸ ਦੇ ਵਿੱਚ ਦੁਨੀਆ ਉਲਝੀ ਹੋਈ ਸੀ, ਉਹਦਾ ਮੌਕੇ ਦਾ ਫਾਇਦਾ ਉਠਾ ਕੇ ਚਾਈਨਾ ਇੰਡੀਆ 'ਤੇ ਹਮਲਾ ਕਰ ਦੂਗਾ। ਅਤੇ ਇਹਦੇ ਛੋਟੀ ਜਿਹੀ ਕਨਫਰੰਸ ਸੀ, ਜ਼ਿਆਦਾ ਵੱਡੀ ਲੜਾਈ ਹੈ ਨਹੀਂ ਸੀਗੀ ਵੈਸੇ। ਇਸ ਲੜਾਈ ਦੇ ਵਿੱਚ ਇੰਡੀਆ ਘੱਟ ਸੰਸਾਧਨ ਹੋਣ ਕਾਰਨ, ਬਾਰਡਰ ਦੇ ਨੇੜੇ ਸੜਕਾਂ ਨਾ ਹੋਣ ਕਾਰਨ, ਵਧੀਆ ਹਥਿਆਰ ਨਾ ਹੋਣ ਕਾਰਨ ਇੰਡੀਆ ਲੜਾਈ ਹਾਰ ਜੂਗਾ। ਉਸ ਤੋਂ ਬਾਅਦ 1988 ਦੇ ਵਿੱਚ ਇੰਡੀਆ ਦੇ ਸੰਬੰਧ ਇਹਦੇ ਨਾਲ ਚੰਗੇ ਬਣਨਗੇ। ਚਲੋ ਇਹ ਆਪਾਂ ਸਾਰਾ ਪੜ੍ਹਦੇ ਹਾਂ ਬੱਚੋ। ਠੀਕ ਹੈ ਜੀ। ਹਾਂਜੀ, ਮਤਲਬ ਵੈਸੇ ਇੰਡੀਆ ਦੀ ਰਾਜਧਾਨੀ ਨਿਊ ਦਿੱਲੀ ਹੈ ਅਤੇ ਚਾਈਨਾ ਦੀ ਰਾਜਧਾਨੀ ਬੀਜ਼ਿੰਗ ਹੈ। ਹਾਂਜੀ, ਚਲੋ। ਬਾਰਡਰ ਡਿਸਪਿਊਟ ਬਿਟਵੀਨ ਇੰਡੀਆ ਐਂਡ ਚਾਈਨਾ ਰਿਗਾਰਡਿੰਗ ਅਰੁਣਾਚਲ ਐਂਡ ਐਕਸਾਈਚਨ ਰੀਜਨ ਆਫ ਦਾ ਲਦਾਖ ਇਨ ਇੰਡੀਆ। ਤਾਂ ਇੰਡੀਆ ਦੇ ਬਾਰਡਰ ਡਿਸਪਿਊਟ ਚੱਲਦੇ ਆ ਚਾਈਨਾ ਦੇ ਨਾਲ। ਵੈਸੇ ਇੰਡੀਆ ਅਤੇ ਚਾਈਨਾ ਦੇ ਵਿੱਚ ਜਿਹੜਾ ਬਾਰਡਰ ਹੈਗਾ, ਉਸ ਬਾਰਡਰ ਲਾਈਨ ਦਾ ਨਾਮ ਹੈਗਾ ਮੈਕਮੋਹਨ ਲਾਈਨ। ਜਿਹੜੀ ਉਹ ਮੈਕਮੋਹਨ ਲਾਈਨ ਆ, ਉਹ ਬ੍ਰਿਟਿਸ਼ ਨੇ ਡਿਸਾਈਡ ਕਰੀ ਸੀ 1916 ਦੇ ਵਿੱਚ ਡਿਸਾਈਡ ਕਰੀ ਸੀ ਸ਼ਾਇਦ। ਹਿਮਾਲਿਆ ਦੇ ਪਹਾੜਾਂ ਦੇ ਜਿਹੜੀਆਂ ਉੱਚੀਆਂ ਚੋਟੀਆਂ ਨੇ ਉਹਨੂੰ ਡਿਸਾਈਡ ਕਰਤਾ ਸੀਗਾ ਵੀ ਇੱਧਰਲੇ ਪਾਸੇ ਚਾਈਨਾ ਹੋਊਗਾ, ਇੱਧਰਲੇ ਪਾਸੇ ਇੰਡੀਆ ਹੋਊਗਾ, ਜਿਹੜਾ ਕਿ ਕੰਟਰੋਵਰਸੀ ਵਾਲਾ ਗਾ। ਬਾਰਡਰ ਡਿਸਪਿਊਟ ਨੂੰ ਲੈ ਕੇ ਦੋ ਪ੍ਰਦੇਸ਼ਾਂ ਨੂੰ ਲੈ ਕੇ ਝਗੜਾ ਇੰਡੀਆ ਅਤੇ ਚਾਈਨਾ ਦੇ ਵਿੱਚ। ਅਰੁਣਾਚਲ ਪ੍ਰਦੇਸ਼ ਨੂੰ ਵੀ ਚਾਈਨਾ ਆਪਣਾ ਮੰਨਦਾ ਗਾ, ਅਤੇ ਅਕਸਾਈਚਨ ਜਿਹੜਾ ਕਿ ਲਦਾਖ ਦੇ ਵਿੱਚ ਹੈ, ਜੰਮੂ ਕਸ਼ਮੀਰ ਦੇ ਵਿੱਚ ਸੀ ਪਹਿਲਾਂ, ਉਹਨੂੰ ਵੀ ਚਾਈਨਾ ਆਪਣਾ ਮੰਨਦਾ ਗਾ। ਹਾਂਜੀ, ਅੱਗੇ ਵਧਦੇ ਹਾਂ। ਚਾਈਨੀਜ਼ ਟੇਕ ਓਵਰ ਆਫ ਦਾ ਤਿੱਬਤ ਇਨ 1950 ਵਿੱਚ ਵਾਜ ਪ੍ਰੋਟੈਸਟਡ ਬਾਈ ਇੰਡੀਆ ਅੰਗੇਂਸਟ ਚਾਈਨਾ। ਚਾਈਨਾ ਨੇ ਤਿੱਬਤ ਨੂੰ 1950 ਦੇ ਵਿੱਚ ਟੇਕ ਓਵਰ ਕਰ ਲਿਆ ਸੀ, ਉਹਦੇ ਕਬਜ਼ਾ ਹੀ ਕਰ ਲਿਆ ਸੀ ਇੱਕ ਤਰ੍ਹਾਂ ਨਾਲ। ਇੰਡੀਆ ਨੇ ਚਾਈਨਾ ਦੀ ਉੱਥੇ ਨਿੰਦਿਆ ਵੀ ਕੀਤੀ ਸੀ, ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ। ਇਸ ਤੋਂ ਬਾਅਦ ਗਿਵ ਸ਼ੈਲਟਰ ਟੂ ਦਲਾਈ ਲਾਮਾ ਬਾਈ ਇੰਡੀਆ ਐਂਡ ਚਾਈਨਾ ਟੋਲ ਟੂ ਬ੍ਰੇਕ ਪੰਚਸ਼ੀਲ ਐਗਰੀਮੈਂਟ। ਇੱਥੇ ਇੱਕ ਲਾਈਨ ਤੁਸੀਂ ਲਿਖ ਸਕਦੇ ਹੋ ਵੈਸੇ ਕਿ 1954 ਦੇ ਵਿੱਚ ਚੌ ਮਿਨ ਲਾਈ ਅਤੇ ਜਵਾਹਰ ਲਾਲ ਨਹਿਰੂ ਨੇ ਇੱਕ ਐਗਰੀਮੈਂਟ ਸਾਈਨ ਕੀਤਾ ਸੀ, ਉਹਦਾ ਨਾਮ ਪੰਚਸ਼ੀਲ ਐਗਰੀਮੈਂਟ ਸੀ। ਉਹਦੇ ਵਿੱਚ 5 ਸਿਧਾਂਤ ਸੀਗੇ ਕਿ ਮਿਊਚੁਅਲ ਅੰਡਰਸਟੈਂਡਿੰਗ ਵਾਲਾ ਸੀਗਾ, ਵੀ ਇੱਕ ਦੂਜੇ 'ਤੇ ਆਪਾਂ ਹਮਲਾ ਨਹੀਂ ਕਰਾਂਗੇ, ਵੀ ਨੋ ਐਗਰੈਸ਼ਨ ਟੂ ਈਚ ਅਦਰ, ਪ੍ਰਭੂ ਸੱਤਾ ਦੇ ਵਿੱਚ ਅਤੇ ਇੱਕ ਦੂਜੇ ਦੇਸ਼ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਾਂਗੇ, ਇੱਕ ਦੂਜੇ ਦੇ ਦੇਸ਼ ਦੀ ਪ੍ਰਭੂ ਸੱਤਾ ਦੀ ਕਦਰ ਕਰਾਂਗੇ, ਆਜ਼ਾਦੀ ਨੂੰ ਮਾਨਤਾ ਦੇਵਾਂਗੇ। ਇਹੋ ਜਿਹੇ ਨਾ 5 ਸਿਧਾਂਤ ਸੀ, ਉਹਨੂੰ ਪੰਚਸ਼ੀਲ ਐਗਰੀਮੈਂਟ ਕਿਹਾ ਜਾਂਦਾ, ਅਤੇ ਹਿੰਦੀ ਚੀਨੀ ਭਾਈ ਭਾਈ ਦਾ ਇਹਨਾਂ ਨੇ ਨਾਅਰਾ ਦਿੱਤਾ ਸੀ। ਪਰ ਜਦੋਂ ਇੰਡੀਆ ਦਲਾਈ ਲਾਮਾ ਨੂੰ ਸ਼ਰਨ ਦੇ ਦਿੰਦਾ ਗਾ, ਤਾਂ ਚਾਈਨਾ ਪ੍ਰੋਟੈਸਟ ਕਰਦਾ ਹੈ ਕਿ ਇੰਡੀਆ ਨੇ ਜਿਹੜਾ ਪੰਚਸ਼ੀਲ ਐਗਰੀਮੈਂਟ ਆ ਉਹ ਬ੍ਰੇਕ ਕਰਤਾ, ਤੋੜਤਾ। ਹਾਂਜੀ, ਫਿਰ ਚਾਈਨਾ ਅਟੈਕ ਔਨ ਇੰਡੀਆ ਇਨ 1962। ਤਾਂ ਚਾਈਨਾ ਨੂੰ ਇਹ ਖਤਰਾ ਹੋ ਜਾਂਦਾ ਕਿ ਇੰਡੀਆ ਤਿੱਬਤ ਨੂੰ ਆਜ਼ਾਦੀ ਦਿਵਾਉਣ ਵਾਸਤੇ ਤਿੱਬਤ ਦੀ ਸਹਾਇਤਾ ਕਰੂਗਾ ਆਰਮੀ ਦੇ ਨਾਲ। ਤਾਂ ਚਾਈਨਾ ਇਹ ਸੋਚ ਲੈਂਦਾ ਵੀ ਇਸ ਤੋਂ ਪਹਿਲਾਂ ਇੰਡੀਆ ਮੇਰੇ 'ਤੇ ਹਮਲਾ ਕਰੇ, ਮੈਂ ਇਹਦੇ 'ਤੇ ਹਮਲਾ ਕਰ ਦਿੰਦਾ ਗਾ, ਤਾਂ ਇੰਡੀਆ 'ਤੇ ਹਮਲਾ ਹੋ ਜੂ 1962 ਦੇ ਵਿੱਚ। ਉਹਨਾਂ ਨੇ ਹਮਲਾ ਉਦੋਂ ਕੀਤਾ ਤਾਂ ਕਿ ਇੰਡੀਆ ਕਿਸੇ ਤੋਂ ਸਹਾਇਤਾ ਨਾ ਲੈ ਸਕੇ। ਉਦੋਂ ਕਿਊਬਾ ਮਿਜ਼ਾਈਲ ਕ੍ਰਾਈਸਿਸ ਚੱਲਿਆ ਸੀ USA ਅਤੇ USSR ਦੇ ਵਿਚਕਾਰ। ਤਾਂ ਉਦੋਂ ਇਹਨਾਂ ਨੇ ਹਮਲਾ ਕੀਤਾ, ਤਾਂ ਇੰਡੀਆ ਕਿਸੇ ਤੋਂ ਸਹਾਇਤਾ ਵੀ ਨਹੀਂ ਲੈ ਪਾਇਆ। ਤਾਂ 1962 ਦੇ ਵਿੱਚ ਚਾਈਨਾ ਨੇ ਅਟੈਕ ਕਰਤਾ ਇੰਡੀਆ 'ਤੇ। ਅੱਗੇ ਵਧਦੇ ਹਾਂ ਆਪਾਂ। ਰਾਜੀਵ ਗਾਂਧੀ ਫਿਰ ਇੰਡੀਆ ਨਾ ਵੈਸੇ ਉਹ ਹਾਰ ਗਿਆ ਸੀ ਉਹ ਲੜਾਈ। ਚਲੋ ਅੱਗੇ ਵਧਦੇ ਹਾਂ। ਫਿਰ ਇਹ ਤੋਂ ਬਾਅਦ ਇੰਡੀਆ ਅਤੇ ਚਾਈਨਾ ਦੇ ਰਿਲੇਸ਼ਨ ਆ ਜਿਹੜੇ ਉਹ ਪੂਰੀ ਤਰ੍ਹਾਂ ਠੰਡੇ ਪੈ ਗਏ। ਇੰਡੀਆ ਅਤੇ ਚਾਈਨਾ ਦਾ ਕੋਈ ਟਰੇਡ ਨਹੀਂ ਹੋ ਰਿਹਾ ਸੀਗਾ, ਕਾਫੀ ਘੱਟ ਗਿਆ ਸੀ ਟਰੇਡ, ਕਾਫੀ ਗੱਲਬਾਤ ਪਿੱਛੇ ਚਲੀ ਗਈ ਸੀਗੀ। ਫਿਰ ਇਸ ਤੋਂ ਬਾਅਦ ਰਾਜੀਵ ਗਾਂਧੀ ਵਿਜ਼ਿਟ ਕਰੂਗਾ ਚਾਈਨਾ ਨੂੰ ਦਸੰਬਰ 1988 ਦੇ ਵਿੱਚ। ਤਾਂ ਇਹਨੇ ਜਿਹੜੇ ਇੰਡੀਆ ਅਤੇ ਚਾਈਨਾ ਦੇ ਰਿਲੇਸ਼ਨ ਉਹ ਕਾਫੀ ਸੁਧਾਰਤੇ ਇਸ ਵਿਜ਼ਿਟ ਨੇ, ਅਤੇ ਕਾਫੀ ਐਗਰੀਮੈਂਟ ਵੀ ਸਾਈਨ ਕੀਤੇ ਇੰਡੀਆ ਨੇ ਚਾਈਨਾ ਦੇ ਨਾਲ। ਪਰ ਅੱਗੇ ਆ ਵੀ ਦੇ ਹੈਵ ਆਲਸੋ ਸਾਈਨਡ ਐਗਰੀਮੈਂਟ ਔਨ ਦਾ ਕਲਚਰਲ ਐਕਸਚੇਂਜ ਐਂਡ ਕੋਆਪਰੇਸ਼ਨ ਇਨ ਸਾਇੰਸ ਐਂਡ ਟੈਕਨੋਲੋਜੀ। ਤਾਂ ਇੰਡੀਆ ਨੇ ਕਾਫੀ ਐਗਰੀਮੈਂਟ ਵੀ ਸਾਈਨ ਕੀਤੇ ਕਲਚਰਲ ਐਕਸਚੇਂਜ ਨੂੰ ਲੈ ਕੇ, ਅਤੇ ਕੋਆਪਰੇਸ਼ਨ ਕਰਾਂਗੇ ਵੀ ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚ। ਇਹ ਇੰਡੀਆ ਨੇ ਐਗਰੀਮੈਂਟ ਸਾਈਨ ਕੀਤੇ। ਇਸ ਤੋਂ ਬਾਅਦ 1999 ਤੋਂ ਬਾਅਦ ਟਰੇਡ ਆ ਜਿਹੜਾ ਚਾਈਨਾ ਦੇ ਨਾਲ ਇੰਡੀਆ ਦਾ, ਉਹ 30% ਐਨੂਅਲੀ ਇਨਕਰੀਜ਼ ਹੋਣ ਲੱਗ ਗਿਆ। 30% ਐਨੂਅਲੀ, ਹਰੇਕ ਸਾਲ 30% ਦਾ ਵਾਧਾ ਹੋਣ ਲੱਗ ਗਿਆ। ਚਾਈਨਾ ਅਸਿਸਟੈਂਸ ਟੂ ਪਾਕਿਸਤਾਨ ਨਿਊਕਲੀਅਰ ਪ੍ਰੋਗਰਾਮ ਆਲਸੋ ਕ੍ਰੀਏਟਡ ਡਿਫਰੈਂਸਿਸ। ਕੁਝ ਡਿਫਰੈਂਸਿਸ ਹਜੇ ਵੀ ਹੈਗੇ ਨੇ ਹੋਰ ਗੱਲਾਂ ਨੂੰ ਲੈ ਕੇ। ਬਾਰਡਰ ਡਿਸਪਿਊਟ ਤਾਂ ਜਿਹੜੇ ਹੈਗੇ ਆ। ਇਸ ਤੋਂ ਇਲਾਵਾ ਜਦੋਂ ਚਾਈਨਾ ਨਿਊਕਲੀਅਰ ਪ੍ਰੋਗਰਾਮ ਦੇ ਵਿੱਚ ਪਾਕਿਸਤਾਨ ਦੀ ਸਹਾਇਤਾ ਕਰਦਾ, ਤਾਂ ਇੰਡੀਆ ਅਤੇ ਚਾਈਨਾ ਦੇ ਜਿਹੜੇ ਰਿਲੇਸ਼ਨ ਹੈਗੇ ਉਹ ਥੋੜ੍ਹੇ ਜਿਹੇ ਖਰਾਬ ਹੋਣ ਲੱਗ ਜਾਂਦੇ ਆ। ਇਸ ਤੋਂ ਇਲਾਵਾ ਜਦੋਂ ਚਾਈਨਾ ਮਿਲਟਰੀ ਦੇ ਨਾਲ ਬੰਗਲਾਦੇਸ਼ ਅਤੇ ਮਿਆਂਮਾਰ ਦੇ ਨਾਲ ਆਪਦੇ
ਰਿਲੇਸ਼ਨ ਚੰਗੇ ਬਣਾਉਂਦਾ ਹੈਗਾ, ਉਹਨਾਂ ਨੂੰ ਸਹਾਇਤਾ ਕਰਦਾ ਹੈਗਾ, ਤਾਂ ਇੰਡੀਆ ਅਤੇ ਚਾਈਨਾ ਦੇ ਰਿਲੇਸ਼ਨ ਥੋੜ੍ਹੇ ਜਿਹੇ ਨੈਗੇਟਿਵ ਹੋ ਜਾਂਦੇ ਆ, ਖਰਾਬ ਹੋ ਜਾਂਦੇ ਆ। ਇਸ ਤੋਂ ਇਲਾਵਾ ਹੁਣ ਇੱਕ ਸੀਪੈਕ ਕੋਰੀਡੋਰ ਬਣ ਰਿਹਾ ਹੈਗਾ, ਸੀਪੈਕ ਪਾਕਿਸਤਾਨ ਦੇ ਵਿੱਚ ਬਣ ਰਿਹਾ। ਸੀਪੈਕ ਦੀ ਫੁੱਲ ਫਾਰਮ ਹੈ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ, ਜਿਹੜਾ ਕਿ ਚਾਈਨਾ ਤੋਂ ਗਵਾਦਰ ਪੋਰਟ ਪਾਕਿਸਤਾਨ ਦੇ ਵਿੱਚ ਬਣੂ, ਇੱਕ ਰੇਲਵੇ ਲਾਈਨ ਵੀ ਬਣੂਗੀ ਅਤੇ ਉਹ ਆਪਣੇ POK ਦੇ ਵਿੱਚੋਂ ਦੀ ਲੰਘੂਗਾ। ਇਸ ਕਰਕੇ ਇੰਡੀਆ ਉਹਦਾ ਵੀ ਵਿਰੋਧ ਕਰ ਰਿਹਾ ਹੈਗਾ, ਤਾਂ ਉੱਥੇ ਵੀ ਆਪਣੇ ਇੰਡੀਆ ਅਤੇ ਚਾਈਨਾ ਦੇ ਸੰਬੰਧ ਥੋੜ੍ਹੇ ਜਿਹੇ ਖਰਾਬ ਹੋ ਜਾਂਦੇ ਆ। ਸੀਪੈਕ ਬਾਰੇ ਬੱਚੇ ਤੁਹਾਡੇ ਵੈਸੇ ਸਿਲੇਬਸ 'ਚ ਹੈ ਨਹੀਂ ਗਾ, ਉਹ ਹੁਣ ਦੀ ਘਟਨਾ ਗੀ। ਅੱਗੇ ਹੈਗਾ ਬੱਚੇ ਜਪਾਨ ਬਾਰੇ ਤੁਹਾਡੇ ਰਿਸੋਰਸ ਦੇ ਵਿੱਚ ਹੈਗਾ, ਵੈਸੇ ਤੁਹਾਡੇ ਹੈ ਨਹੀਂ ਗਾ, ਬਟ ਇਹ ਸਿੰਪਲ ਜਿਹਾ ਸੀਗਾ, ਇਸ ਕਰਕੇ ਮੈਂ ਲਿਖ ਦਿੰਦਾ ਗਾ ਮੈਂ ਵਿੱਚ। ਹਾਂਜੀ, ਇਹ ਵੀ ਪਤਾ ਨੇ। ਦੇ ਹੈਵ ਏ ਰੈਪੂਟੇਸ਼ਨ ਫਾਰ ਦਾ ਮੇਕਿੰਗ ਹਾਈ ਟੈਕਨੋਲੋਜੀ ਪ੍ਰੋਡਕਟ ਐਂਡ ਹੈਵਿੰਗ ਫੇਮਸ ਬ੍ਰਾਂਡ ਸੱਚ ਐਜ ਸੋਨੀ। ਵੀ ਜਪਾਨ ਹੈ ਜਿਹੜਾ ਇੱਕ, ਇਹਦੀ ਰੈਪੂਟੇਸ਼ਨ ਇਸ ਤਰ੍ਹਾਂ ਬਣੀ ਹੋਈ ਹੈ ਕਿ ਹਾਈ ਟੈਕਨੋਲੋਜੀ ਦੇ ਪ੍ਰੋਡਕਟ ਬਣਾਉਂਦਾ ਜਪਾਨ, ਜਿਵੇਂ ਕਿ ਫੇਮਸ ਬ੍ਰਾਂਡ ਹੈਗੇ, ਜਿਵੇਂ ਸੋਨੀ ਹੋ ਗਿਆ, ਜਿਸ ਤਰ੍ਹਾਂ ਕਿ ਪੈਨਾਸੋਨਿਕ ਹੋ ਗਿਆ, ਕੈਨਨ ਹੋ ਗਿਆ, ਸੁਜ਼ੂਕੀ ਹੋ ਗਿਆ, ਹੋਂਡਾ ਹੋ ਗਿਆ, ਟੋਇਟਾ ਹੋ ਗਿਆ, ਮਾਜਰਾ ਹੋ ਗਿਆ। ਤਾਂ ਇੱਥੇ ਜਿਹੜੇ ਵੱਡੀ ਵਧੀਆ ਟੈਕਨੋਲੋਜੀ ਦੇ, ਚਾਹੇ ਇਲੈਕਟ੍ਰੋਨਿਕਸ ਦਾ ਸਮਾਨ ਹੋਵੇ, ਚਾਹੇ ਉਹ ਆਟੋਮੋਬਾਈਲ ਵਾਲੇ ਚੀਜ਼ਾਂ ਹੋਣ, ਕਾਰਾਂ ਹੋਣ, ਤਾਂ ਉਹ ਇੱਥੇ ਬਣਦੇ ਆ ਜਪਾਨ ਦੇ ਵਿੱਚ। ਇਟ ਇਜ਼ ਦਾ ਸੈਕਿੰਡ ਲਾਰਜੈਸਟ ਇਕੋਨਮੀ ਇਨ ਦਾ ਵਰਲਡ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਜਿਹੜੀ ਇਕੋਨਮੀ ਆ ਉਹ ਜਪਾਨ ਦੀ ਹੈਗੀ। ਇਟ ਇਜ਼ ਦਾ ਓਨਲੀ ਏਸ਼ੀਅਨ ਮੈਂਬਰ ਆਫ ਦਾ G7। G7 ਇੱਕ ਗਰੁੱਪ ਹੈ 1975 ਦਾ ਬਣਿਆ ਹੋਇਆ। ਇਹ ਪਹਿਲਾਂ G8 ਹੁੰਦਾ ਸੀ, ਰਸ਼ੀਆ ਵੀ ਹੁੰਦਾ ਸੀ ਇਹਦੇ ਵਿੱਚ 7 ਮੈਂਬਰ ਹੈਗੇ, ਜਿਵੇਂ ਕਿ ਕੈਨੇਡਾ ਅਤੇ USA ਹੈ, ਇਟਲੀ ਹੈ, ਜਪਾਨ ਹੈ, ਜਰਮਨੀ ਹੈ, ਫਰਾਂਸ ਹੈ ਅਤੇ UK ਹੈ। ਇਹ 7 ਕੰਟਰੀ ਹੈ ਜਿਹੜੀਆਂ ਦੁਨੀਆ ਦੀਆਂ ਸਭ ਤੋਂ ਫਾਰਵਰਡ ਇਕੋਨਮੀ ਨੇ, ਉਹ ਇਹਨਾਂ ਦੇ ਮੈਂਬਰ ਹੈਗੇ। ਇਹ ਪਹਿਲਾਂ G8 ਹੁੰਦਾ ਸੀ, 2014 ਦੇ ਵਿੱਚ ਰਸ਼ੀਆ ਨੂੰ ਐਗਜ਼ਿਟ ਕਰਤਾ ਸੀ ਇਹਦੇ 'ਚੋਂ, ਹੁਣ ਇਹ G7 ਹੀ ਹੈਗਾ। ਅਤੇ ਇਕਲੌਤਾ ਏਸ਼ੀਅਨ ਕੰਟਰੀ ਜਪਾਨ ਹੈ ਇਹਦੇ ਵਿੱਚ, ਇਹਦਾ ਮੈਂਬਰ। ਹਾਂਜੀ ਬੱਚਿਓ, ਅੱਗੇ ਜਪਾਨ ਇਜ਼ ਦਾ ਓਨਲੀ ਨੇਸ਼ਨ ਦੈਟ ਸਫਰਡ ਦਾ ਡਿਸਟਰਕਸ਼ਨ ਕਾਜ਼ਡ ਬਾਈ ਦਾ ਨਿਊਕਲੀਅਰ ਬੰਬ ਐਂਡ ਪ੍ਰੋਗਰੈਸ ਰੈਪਿਡਲੀ ਆਫਟਰ ਇਟ। ਜਪਾਨ ਦੁਨੀਆ ਵਿੱਚ ਇਕਲੌਤਾ ਕੰਟਰੀ ਇਹੋ ਜਿਹਾ ਹੈ ਜਿਹਨੇ ਨਿਊਕਲੀਅਰ ਬੰਬ ਨੂੰ ਝੱਲਿਆ ਗਾ, ਜਿਹਦੇ 'ਤੇ ਨਿਊਕਲੀਅਰ ਅਟੈਕ ਹੋਇਆ ਗਾ। ਤਾਂ ਸੈਕੰਡ ਵਰਲਡ ਵਾਰ ਦੇ ਦੌਰਾਨ 6 ਅਗਸਤ 1945 ਨੂੰ ਹੀਰੋਸ਼ੀਮਾ 'ਤੇ 9 ਅਗਸਤ 1945 ਨੂੰ ਨਾਗਾਸਾਕੀ 'ਤੇ ਨਿਊਕਲੀਅਰ ਅਟੈਕ ਹੋਇਆ ਸੀਗਾ, ਅਤੇ ਉਹ 'ਚ ਲੱਖਾਂ ਲੋਕ ਮਾਰੇ ਗਏ ਸੀ। ਉਸ ਤੋਂ ਬਾਅਦ ਜਪਾਨ ਨੇ ਸਰੈਂਡਰ ਕਰਤਾ ਸੀ ਅਤੇ ਉਹ ਵਰਲਡ ਵਾਰ ਖਤਮ ਹੋ ਗਿਆ ਸੀ। ਤਾਂ ਜਪਾਨ ਨੇ ਉਸ ਵਰਲਡ ਵਾਰ ਤੋਂ ਬਾਅਦ ਅਤੇ ਉਸ ਡਿਸਟਰਕਸ਼ਨ ਤੋਂ ਬਾਅਦ ਵੀ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ, ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਜਪਾਨ ਨੇ। ਹਾਂਜੀ ਬੱਚਿਓ, ਅੱਗੇ ਹੈ ਇਟ ਇਜ਼ ਦਾ ਸੈਕਿੰਡ ਲਾਰਜੈਸਟ ਕੰਟਰੀਬਿਊਟਰ ਟੂ ਦਾ ਬਜਟ ਆਫ ਦਾ UN ਆਲਮੋਸਟ 20%। ਇਹ ਜਿਹੜਾ ਜਪਾਨ ਹੈ ਉਹ UN ਦੇ ਬਜਟ ਦੇ ਵਿੱਚ ਵੀ ਕਾਫੀ ਵੱਡਾ ਅਮਾਊਂਟ ਦਿੰਦਾ ਹੈਗਾ। ਫਿਰ ਜਪਾਨ ਦੀ ਮਿਲਟਰੀ ਐਕਸਪੈਂਡੀਚਰ ਓਨਲੀ 1% ਆਫ ਦਾ GDP। ਇਟ ਇਜ਼ ਦਾ ਫੋਰਥ ਲਾਰਜੈਸਟ ਇਨ ਦਾ ਵਰਲਡ। ਜਪਾਨ ਦਾ ਜਿਹੜਾ ਮਿਲਟਰੀ 'ਤੇ ਖਰਚ ਹੈਗਾ, ਉਹ ਉਹਦੇ ਬਜਟ ਦਾ ਸਿਰਫ 1% ਹੈਗਾ। ਉਹ ਫਿਰ ਵੀ ਦੁਨੀਆ ਦੇ ਵਿੱਚ ਚੌਥਾ ਸਭ ਤੋਂ ਜ਼ਿਆਦਾ ਹੈਗਾ, ਚੌਥਾ ਸਭ ਤੋਂ ਵੱਡਾ ਹੈਗਾ। ਠੀਕ ਹੈ ਬੱਚਿਓ, ਇਹ ਸੀਗਾ ਜਪਾਨ ਬਾਰੇ। ਜੇ ਤੁਹਾਨੂੰ ਜਪਾਨ 'ਤੇ ਕੋਈ ਸਵਾਲ ਆਉਂਦਾ ਤੁਸੀਂ ਇਹ ਲਿਖ ਸਕਦੇ ਹੋ। ਬਹੁਤ ਹੀ ਸਿੰਪਲ ਲੈਂਗੁਏਜ ਆਪਾਂ ਲਿਖੀ ਹੈ। ਇਹਨਾਂ ਸਾਰਿਆਂ ਦੇ ਤੁਸੀਂ ਨੋਟਸ ਦੀ ਤੁਸੀਂ ਸਕਰੀਨਸ਼ੋਟ ਲੈ ਸਕਦੇ ਹੋ, ਨਹੀਂ ਤੁਸੀਂ ਪੌਜ਼ ਕਰਕੇ ਇਹਨੂੰ ਨੋਟ ਵੀ ਕਰ ਸਕਦੇ ਹੋ। ਬਹੁਤ ਆਸਾਨ ਹੈ, ਬਹੁਤ ਸਿੰਪਲ ਲੈਂਗੁਏਜ ਆਪਾਂ ਲਿਖੀ ਹੈ, ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਚੈਪਟਰ ਸਮਝ ਆਇਆ ਹੋਊਗਾ। ਇਹਦੇ ਨਾਲ ਹੀ ਇਹ ਚੈਪਟਰ ਆਪਣਾ ਕੰਪਲੀਟ ਵੀ ਹੋ ਜਾਂਦਾ ਹੈਗਾ। ਅਤੇ ਇੱਕ ਬੇਨਤੀ ਹੈ, ਸਾਰੇ ਬੱਚੇ ਵੀਡੀਓ ਨੂੰ ਪੂਰਾ ਦੇਖਿਆ ਕਰਨ, ਅਤੇ ਲਾਈਕ ਵੀ ਕਰਿਆ ਕਰਨ, ਕਮੈਂਟ ਵੀ ਕਰਿਆ ਕਰਨ। ਜੇ ਕੋਈ ਵੀਡੀਓ ਦੇ ਵਿੱਚ ਕੋਈ ਦਿੱਕਤ ਆਉਂਦੀ ਹੈਗੀ ਤੁਸੀਂ ਕਮੈਂਟ ਦੇ ਵਿੱਚ ਦੱਸਿਆ ਵੀ ਕਰੋ, ਅਤੇ ਆਪਣੀ ਵਧੀਆ ਤਿਆਰੀ ਕਰੋ ਬੱਚਿਓ, ਅਤੇ ਚੰਗੇ ਨੰਬਰ ਲਓ 12ਵੀਂ ਕਲਾਸ ਦੇ ਵਿੱਚੋਂ। ਓਕੇ ਜੀ, ਥੈਂਕ ਯੂ ਵੈਰੀ ਮੱਚ।